ਵਿਰੋਧੀਆਂ ਦੇ ਤਾਂ ਮਿਰਚਾਂ ਲੜਦੀਆਂ ਰਹਿਣੀਆਂ ਜੀ। ਔਰ ਜਦੋਂ ਪਹਿਲੇ ਸਾਲ ਦੇ ਵਿੱਚ ਕਰਜ਼ਾ ਮਾਫ ਕਰ ਦਿੱਤਾ ਸੀਗਾ, ਭਾਵੇਂ 2 ਲੱਖ ਕੀਤਾ ਸੀਗਾ, ਭਾਵੇਂ ਕਿਸੇ ਦਾ ਕੁਛ ਹੋਇਆ ਸੀ, ਉਦੋਂ ਕਿਹੜਾ ਇਹਨਾਂ ਨੇ ਕਿਸੇ ਦਾ ਧੰਨਵਾਦ ਕਰਤਾ ਸੀ। ਜਦੋਂ ਸਮਾਰਟਫੋਨ ਵੰਡੇ ਗਏ ਸੀ, ਭਾਵੇਂ ਘੱਟ ਗਏ ਵੱਧ ਗਏ 1,74,000 ਗਏ, ਉਦੋਂ ਕਿਹੜਾ ਇਹਨਾਂ ਨੇ ਕਹਿਤਾ ਵੀ 1,74,000 ਬੱਚੇ ਦਾ ਫੋਨ ਵੰਡਤਾ, ਉਹਦਾ ਬਹੁਤ ਧੰਨਵਾਦ। 5 ਸਾਲ ਦੇ ਮੈਂਡੇਟ ਦੇ ਵਿੱਚ ਚੌਥੇ ਸਾਲ ਕੰਮ ਕਰਦੀ ਹੈ, ਤੀਜੇ ਕਰਦੀ ਹੈ, ਦੂਜੇ ਕਰਦੀ ਹੈ, ਪਹਿਲੇ ਕਰਦੀ ਹੈ। 5 ਸਾਲ ਤਾਂ ਪੂਰੇ ਆ ਨਾ। ਜਦੋਂ ਅਕਾਲੀ ਦਲ ਦੇ ਟਾਈਮ 'ਚ ਨੌਜਵਾਨ ਨਸ਼ੇ ਦੇ ਤੇ ਧੁੱਤ ਸੀਗਾ, ਅਫਸਰ ਜਿਹੜੇ ਸੀਗੇ, ਸਰਕਾਰ ਜਿਹੜੀ ਸੀ, ਪੋਲੀਟੀਸ਼ੀਅਨ ਜਿਹੜੇ ਸੀ, ਉਹਨਾਂ 'ਤੇ ਸ਼ਰੇਆਮ ਲੱਗਦਾ ਸੀ ਇਲਜ਼ਾਮ ਵੀ ਨਸ਼ਾ ਵਿਕਾਉਂਦੇ ਆ। ਅੱਜ ਕਿਸੇ ਪੋਲੀਟੀਸ਼ੀਅਨ 'ਤੇ ਇਲਜ਼ਾਮ ਨਹੀਂ ਲੱਗਦਾ ਵੀ ਉਹ ਨਸ਼ਾ ਵਿਕਾਉਂਦਾ। ਨਸ਼ਾ ਖਤਮ ਹੋ ਗਿਆ ਹੁਣ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ। ਇਹ ਤੁਸੀਂ ਬੈਟਰ ਦੇਖ ਸਕਦੇ ਹੋ, ਲੋਕ ਬੈਟਰ ਦੱਸ ਸਕਦੇ ਆ। ਮੇਰੀ ਨਜ਼ਰ ਦੇ ਵਿੱਚ ਬਿਲਕੁਲ ਮੈਂ ਤੁਹਾਨੂੰ ਇਹ ਕਹਿੰਦਾ ਵਾਂ ਵੀ ਨਸ਼ਾ ਨਹੀਂ ਹਾਲੇ ਖਤਮ ਹੋਇਆ। ਪੋਲੀਟੀਸ਼ੀਅਨ ਦੇ ਹੱਥ ਨਹੀਂ ਹੁੰਦਾ ਵੀ ਕਿਸੇ ਨੂੰ ਫੜ ਕੇ ਜੇਲ੍ਹ 'ਚ ਅੰਦਰ ਦੇ ਦੇਣਾ। ਪੁਲਿਸ ਨੇ ਅੰਦਰ ਦੇਣਾ, ਕੋਰਟ ਨੇ ਸਜ਼ਾ ਦੇਣੀ ਆ, ਕੇਸ ਬਣਾਉਣਾ ਜ਼ਰੂਰ ਪੋਲੀਟੀਸ਼ੀਅਨ ਦੇ ਹੱਥ ਵਿੱਚ ਹੁੰਦਾ ਵਾ ਵੀ ਹਾਂ ਵੀ ਆਹ ਚੀਜ਼ ਦੇ ਉੱਤੇ ਤਫਤੀਸ਼ ਕੀਤੀ ਜਾਵੇ, ਔਰ ਜਦੋਂ ਤਫਤੀਸ਼ 'ਚ ਕੋਈ ਫੜਿਆ ਜਾਂਦਾ ਵਾ ਉਹਦੇ 'ਤੇ ਕਾਰਵਾਈ ਹੋਵੇ। ਹਰ ਗੱਲ ਦੇ ਵਿੱਚ ਆਪਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਸੂਰਵਾਰ ਨਾ ਛਡਾਈਏ। ਸਿਸਟਮ ਆ, ਕੋਰਟ ਆ, ਤਫਤੀਸ਼ ਆ, ਇਨਵੈਸਟੀਗੇਸ਼ਨ ਆ, ਪੁਲਿਸ ਆ। ਕੈਪਟਨ ਅਮਰਿੰਦਰ ਸਿੰਘ ਇੰਟਰਫੇਅਰ ਨਹੀਂ ਕਰਦਾ ਤਫਤੀਸ਼ ਦੇ ਵਿੱਚ ਵੀ ਹਾਂ ਫਲਾਣੇ ਨੂੰ ਫੜ ਕੇ ਅੰਦਰ ਦੇ ਦਿਓ। ਇਹਨੂੰ ਤੁਸੀਂ ਬਾਰ-ਬਾਰ 4 ਸਾਲ 5 ਸਾਲ ਦੇ ਵਿੱਚ ਨਾ ਉਲਝ ਕੇ ਰੱਖ ਦਿਓ। ਕੀ ਪਤਾ ਅਸੀਂ ਦੁਬਾਰਾ ਆਉਣਾ ਹੋਵੇ 5 ਸਾਲ, ਫਿਰ 5 ਸਾਲ ਅਸੀਂ ਵੀ ਤਾਂ ਦੁਬਾਰਾ ਆਉਣਾ ਵਾ। ਅਸੀਂ ਕੀ ਦੁਬਾਰਾ ਨਹੀਂ ਆਉਣਾ ਚਾਹੁੰਦੇ? ਉਹ ਸਕੀਮਾਂ ਕੰਟੀਨਿਊ ਨਹੀਂ ਹੋਣਗੀਆਂ। ਹਾਂ, ਇਹ ਗੱਲ ਜ਼ਰੂਰ ਆ, ਅਕਾਲੀ ਦਲ ਆ ਗਿਆ ਸਕੀਮਾਂ ਬੰਦ ਜ਼ਰੂਰ ਕਰ ਦੇਣਗੇ। ਇਹਨਾਂ ਨੂੰ ਪੰਜਾਬ ਦੇ ਅੱਜ ਵੀ ਅਗਰ ਅਰਵਿੰਦ ਕੇਜਰੀਵਾਲ ਨੂੰ ਪੁੱਛ ਲਓ ਵੀ 28 ਜ਼ਿਲ੍ਹਿਆਂ ਦੇ ਨਾਮ ਦੱਸ ਦੇ, ਇਹਨੂੰ 28 ਜ਼ਿਲ੍ਹਿਆਂ ਦੇ ਨਾਮ ਨਹੀਂ ਪਤਾ, ਔਰ ਗੱਲਾਂ ਕਰਦਾ ਵੀ ਪੰਜਾਬੀਅਤ ਦੀ। 22 ਜ਼ਿਲ੍ਹੇ ਆ। ਮੈਂ ਉਹੀ ਕਹਿ ਰਿਹਾ ਵੀ ਆਪਣਾ ਕਹਿੰਦੇ ਪੁਲਿਸ ਜ਼ਿਲ੍ਹੇ ਵੀ ਆ। ਤੁਸੀਂ ਕਿਵੇਂ ਦੇਖਦੇ ਹੋ ਲਗਾਤਾਰ ਲੋਕਾਂ ਨੂੰ ਫ੍ਰੀ ਦੀਆਂ ਸਕੀਮਾਂ ਦੇ ਕੇ ਵੋਟਾਂ ਜਿੱਤਣੀਆਂ ਚਾਹੀਦੀਆਂ ਜਾਂ ਲੋਕਾਂ ਨੂੰ ਰੋਜ਼ਗਾਰ ਦੇ ਕੇ ਉਹਨਾਂ ਦੇ ਪੈਰਾਂ 'ਤੇ ਖੜੇ ਕਰਨਾ ਚਾਹੀਦਾ? ਜਦੋਂ ਨਹੀਂ ਫ੍ਰੀ ਦਿੰਦੇ ਤੁਸੀਂ ਸਭ ਤੋਂ ਵੱਧ ਰੌਲਾ ਪਾਉਂਦੇ ਜੇ। ਤੁਸੀਂ ਨਹੀਂ ਕਹਿੰਦੇ ਸਾਰਾ ਕਰਜ਼ਾ ਨਹੀਂ ਮਾਫ ਕੀਤਾ, ਤੁਸੀਂ ਕਹਿੰਦੇ ਉਹ ਸਮਾਰਟਫੋਨ ਨਹੀਂ ਦਿੱਤੇ, ਤੁਸੀਂ ਕਹਿੰਦੇ ਹੋ ਵੀ ਹੁਣ ਬਿਜਲੀ ਦੇ ਬਿੱਲ ਦੀ ਤੁਸੀਂ ਗੱਲ ਕਰ ਰਹੇ ਹੋ। ਅਸੀਂ ਵਾਅਦੇ ਨਹੀਂ ਸੀ ਕੀਤੇ, ਵਾਅਦੇ ਤੁਸੀਂ ਕੀਤੇ ਸੀ ਵੀ ਬਿਜਲੀ ਦਾ ਬਿੱਲ ਜਿਹੜਾ ਵਾ ਇੰਨਾ ਜ਼ਿਆਦਾ ਆ ਗਿਆ, ਉਹ ਤੁਸੀਂ ਉਹ ਕਹਿ ਰਹੇ ਹੋ, ਲੋਕ ਕਹਿ ਰਹੇ ਆ। ਸੋ ਠੀਕ ਆ, ਅਸੀਂ ਤਾਂ ਵਾਅਦੇ ਯਾਦ ਕਰਵਾ ਰਹੇ ਤੁਹਾਨੂੰ ਕਿ ਵਾਅਦੇ ਜਿਹੜੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ। ਅਸੀਂ ਇਹ ਨਹੀਂ ਕਹਿ ਰਹੇ ਕਿ ਦਿਓ। ਮੈਂ ਤੁਹਾਨੂੰ, ਤੁਸੀਂ ਅਕਸਰ ਮੀਡੀਆ ਵਾਲੇ ਚੈਲੰਜ ਦਿੰਦੇ ਹੁੰਦੇ ਆ, ਮੈਂ ਤੁਹਾਡੇ ਨਾਲ ਬਹਿ ਕੇ ਚੱਲਦਾ। ਜੇ ਨਹੀਂ ਪੂਰਾ ਹੋਇਆ ਹੋਊਗਾ ਅਫਸਰਾਂ ਨੂੰ ਖਿੱਚਾਂਗੇ। ਕੈਪਟਨ ਸਾਹਿਬ ਕੋਲ ਤਾਂ ਰਿਪੋਰਟ ਆ 85% ਵਾਅਦੇ ਪੂਰੇ ਹੋ ਗਏ। ਸੋ ਆਓ ਆਪਾਂ ਰਲ ਮਿਲ ਕੇ ਚੱਲਦੇ ਹਾਂ, ਲੋਕਾਂ ਦੇ ਕਚਹਿਰੀ 'ਚ ਜਿਵੇਂ ਜਾਂਦੇ ਆ, ਅਗਰ ਕਿਤੇ ਵਾਅਦਾ ਨਹੀਂ ਪੂਰਾ ਹੋਇਆ ਹੋਊਗਾ ਉਹਨੂੰ ਪੂਰਾ ਕਰਾਵਾਂਗੇ। ਮਕਸਦ ਸਾਡਾ ਇਹ ਆ ਵੀ ਲੋਕਾਂ ਦੀ ਕਚਹਿਰੀ 'ਚ ਵਾਅਦਾ ਪੂਰਾ ਹੋਣਾ ਚਾਹੀਦਾ। 100 ਵਿੱਚੋਂ 10 ਬੰਦਿਆਂ ਨੂੰ ਫੋਨ ਦਿੱਤੇ, 90 ਨੂੰ ਨਹੀਂ ਦਿੱਤੇ, ਉਹ ਪੂਰਾ ਹੋ ਗਿਆ। 10 ਨੂੰ ਤਾਂ ਮਿਲ ਗਏ, ਉਹਨਾਂ ਦਾ ਤਾਂ ਧੰਨਵਾਦ ਕਰ ਦਈਏ। ਉਹ ਬੱਚੇ ਤਾਂ ਖੁਸ਼ ਆ ਨਾ 10, ਜਿੱਦਣ ਹਾਲਾਤ ਹੋਣਗੇ 90 ਨੂੰ ਵੀ ਦੇ ਦਾਂਗੇ। ਸਤਿ ਸ਼੍ਰੀ ਅਕਾਲ, ਮੈਂ ਹਾਂ ਸੱਜਣ ਸਿੰਘ ਸੈਣੀ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਕਾਂਗਰਸ ਸਰਕਾਰ ਦੇ ਕਾਰਜਕਾਲ ਦੇ 4 ਸਾਲ ਪੂਰੇ ਹੋ ਚੁੱਕੇ ਨੇ ਤੇ ਵਿਰੋਧੀਆਂ ਵੱਲੋਂ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ ਕਾਂਗਰਸ ਵੱਲੋਂ। ਹਾਲਾਂਕਿ ਇਲੈਕਸ਼ਨ ਤੋਂ ਪਹਿਲਾਂ ਕਈ ਲੁਭਾਣੇ ਜਿਹੜੇ ਹੈਗੇ ਆ ਸਕੀਮਾਂ ਸ਼ੁਰੂ ਕੀਤੀਆਂ ਗਈਆਂ, ਜਿਵੇਂ ਮਹਿਲਾਵਾਂ ਦੇ ਲਈ ਬੱਸ ਸੇਵਾ ਸ਼ੁਰੂ ਕੀਤੀ ਗਈ ਤੇ ਰੋਪੜ ਦੇ ਵਿੱਚ ਤਾਜ਼ਾ ਲੜਾਈ ਹੋ ਕੇ ਹਟੀ ਇਸ ਮੁੱਦੇ ਨੂੰ ਲੈ ਕੇ, ਕਿਉਂਕਿ ਟਿਕਟਾਂ ਨੂੰ ਲੈ ਕੇ ਝਗੜੇ ਹੋ ਰਹੇ ਨੇ ਫ੍ਰੀ ਦੇ ਵਿੱਚ। ਟਰਾਂਸਪੋਰਟਰ ਜਿਹੜੇ ਪ੍ਰਾਈਵੇਟ ਉਹ ਵੀ ਸੜਕਾਂ 'ਤੇ ਉਤਰੇ ਨੇ। ਗੱਲ ਕਰਦੇ ਇਸ ਮੁੱਦੇ ਨੂੰ ਲੈ ਕੇ ਬਰਿੰਦਰ ਸਿੰਘ ਢਿੱਲੋਂ ਜੀ ਦੇ ਨਾਲ ਤੇ ਹੋਰ ਵੀ ਮੁੱਦਿਆਂ 'ਤੇ ਗੱਲ ਕਰਾਂਗੇ। ਢਿੱਲੋਂ ਸਾਹਿਬ, ਸਰਕਾਰ ਦੇ 4 ਸਾਲ ਪੂਰੇ ਹੋ ਚੁੱਕੇ ਨੇ ਤੇ ਵੱਡੇ ਵਿਰੋਧੀ ਪਾਰਟੀਆਂ ਵੱਲੋਂ ਬੜੇ ਸਵਾਲ ਚੁੱਕੇ ਜਾ ਰਹੇ ਨੇ ਕਿ ਵਾਅਦੇ ਕੀਤੇ ਸੀ ਗੁਟਕਾ ਸਾਹਿਬ ਫੜ ਕੇ ਕੈਪਟਨ ਸਾਹਿਬ ਨੇ, ਤੇ ਹੁਣ ਜਦੋਂ 4 ਸਾਲ ਬੀਤ ਚੁੱਕੇ ਆ, ਕੁਝ ਮਹੀਨੇ ਰਹਿ ਗਏ ਆ, ਤੇ ਇੱਕ ਸਕੀਮ ਜਿਹੜੀ ਹੈਗੀ ਆ ਬੱਸਾਂ ਵਾਲੀ, ਇਹ ਮਹਿਲਾਵਾਂ ਨੂੰ ਦੇ ਕੇ ਜਿਹੜਾ ਵੋਟ ਬੈਂਕ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਰੋਧੀਆਂ ਦੇ ਤਾਂ ਮਿਰਚਾਂ ਲੜਦੀਆਂ ਰਹਿਣੀਆਂ ਜੀ। ਔਰ ਜਦੋਂ ਪਹਿਲੇ ਸਾਲ ਦੇ ਵਿੱਚ ਕਰਜ਼ਾ ਮਾਫ ਕਰ ਦਿੱਤਾ ਸੀਗਾ, ਭਾਵੇਂ 2 ਲੱਖ ਕੀਤਾ ਸੀਗਾ, ਭਾਵੇਂ ਕਿਸੇ ਦਾ ਕੁਛ ਹੋਇਆ ਸੀ, ਉਦੋਂ ਕਿਹੜਾ ਇਹਨਾਂ ਨੇ ਕਿਸੇ ਦਾ ਧੰਨਵਾਦ ਕਰਤਾ ਸੀ। ਜਦੋਂ ਸਮਾਰਟਫੋਨ ਵੰਡੇ ਗਏ ਸੀ, ਭਾਵੇਂ ਘੱਟ ਗਏ ਵੱਧ ਗਏ 1,74,000 ਗਏ, ਉਦੋਂ ਕਿਹੜਾ ਇਹਨਾਂ ਨੇ ਕਹਿਤਾ ਵੀ 1,74,000 ਬੱਚੇ ਦਾ ਫੋਨ ਵੰਡਤਾ, ਉਹਦਾ ਬਹੁਤ ਧੰਨਵਾਦ। ਸੋ ਵਿਰੋਧੀਆਂ ਨੇ ਤਾਂ ਆਪਣੇ ਏਜੰਡੇ ਨੂੰ ਔਰ ਆਪਣੇ ਆਪ ਨੂੰ ਕਿਸੇ ਤਰ੍ਹਾਂ ਸਹੀ ਦਰਸਾਉਣ ਨੂੰ ਉਹਨਾਂ ਨੇ ਸਰਕਾਰ ਦੀਆਂ ਕਮੀਆਂ ਪੇਸ਼ੀਆਂ ਕੱਢਣੀਆਂ। ਸਾਨੂੰ 5 ਸਾਲ ਦਾ ਮੈਂਡੇਟ ਮਿਲਿਆ। 5 ਸਾਲ ਦੇ ਮੈਂਡੇਟ ਦੇ ਵਿੱਚ ਚੌਥੇ ਸਾਲ ਕੰਮ ਕਰਦੀ ਹੈ, ਤੀਜੇ ਕਰਦੀ ਹੈ, ਦੂਜੇ ਕਰਦੀ ਹੈ, ਪਹਿਲੇ ਕਰਦੀ ਹੈ। 5 ਸਾਲ ਤਾਂ ਪੂਰੇ ਆ ਨਾ। ਗੱਲ ਇਹ ਨਹੀਂ ਹੁੰਦਾ ਉਹ ਜਿਹੜੀ ਸਕੀਮਾਂ ਵਾ, ਇਹ ਕਿਹੜਾ ਵਾ ਵੀ ਸਾਡੇ ਨਾਲ ਜਾਣ ਨਾਲ ਇਹ ਸਕੀਮਾਂ ਬੰਦ ਹੋ ਜਾਣੀਆਂ। ਸਾਡੇ ਇਹ ਜਿਹੜੀਆਂ ਸਕੀਮਾਂ ਵਾ ਇਹ ਤਾਂ ਲਾਗੂ ਹੀ ਰਹਿਣਗੀਆਂ ਨਾ। ਸਕੀਮਾਂ ਇਹ ਨਹੀਂ ਆ ਵੀ ਸਕੀਮ ਸਾਲ ਵਾਸਤੇ ਲਾਗੂ ਹੋਈ ਆ, ਸਕੀਮ ਹੋਈ ਆ ਇਹ ਸਾਰੀ ਉਮਰ ਵਾਸਤੇ ਲਾਗੂ। ਔਰ ਅਗਰ ਇਹ ਸਕੀਮਾਂ ਲੋਕਾਂ ਨੂੰ ਆਉਣ ਵਾਲੇ ਸਮੇਂ 'ਚ ਬੈਨੀਫਿਟ ਦੇਣਗੀਆਂ ਤੇ ਉਹਦਾ ਧੰਨਵਾਦ ਕਰਨਾ ਚਾਹੀਦਾ ਵਾ, ਔਰ ਉਸ ਚੀਜ਼ ਨੂੰ ਉਹ ਕਰਨਾ ਚਾਹੀਦਾ। ਮੈਂ ਸਿਰਫ ਇੰਨੀ ਇੱਕ ਗੱਲ ਜ਼ਰੂਰ ਐਡ ਕਰਨਾ ਚਾਹੂੰਗਾ, ਹਰ ਚੀਜ਼ ਨੂੰ ਨੈਗੇਟਿਵਲੀ ਨਹੀਂ ਵੇਖਣਾ ਚਾਹੀਦਾ।
ਅਗਰ ਸਰਕਾਰ ਨੇ ਚੰਗਾ ਕੰਮ ਕੀਤਾ ਵਾ ਤੇ ਵਿਰੋਧੀਆਂ ਨੂੰ ਕਿਤੇ ਨਾ ਕਿਤੇ ਉਸ ਚੀਜ਼ ਦੀ ਸ਼ਲਾਘਾ ਕਰਨੀ ਚਾਹੀਦੀ ਹੈ, ਜੋ ਕਿ ਇਸ ਚੀਜ਼ ਦੇ ਵਿੱਚ ਬਿਲਕੁਲ ਨਹੀਂ ਹੈ। ਕਿਉਂ? ਤੁਸੀਂ ਪੁਰਾਣੀਆਂ ਸਰਕਾਰਾਂ ਦੇ ਨਾਲ ਇਸ ਸਰਕਾਰ ਨੂੰ ਕੰਪੇਅਰ ਕਰ ਲਓ। ਪੁਰਾਣੀਆਂ ਸਰਕਾਰਾਂ ਨੇ ਕਿੰਨਾ ਕੰਮ ਕੀਤਾ ਔਰ ਇਸ ਸਰਕਾਰ ਨੇ ਕਿੰਨਾ ਕੰਮ ਕੀਤਾ, ਜਾਂ ਨਾਲ ਦੇ ਸੂਬੇ ਦੀ ਸਰਕਾਰਾਂ ਨੂੰ ਕੰਪੇਅਰ ਕਰ ਲਓ, ਫਿਰ ਹੀ ਜਾ ਕੇ ਆਪਾਂ ਕੰਪੈਰੀਜ਼ਨ ਕਰ ਸਕਦੇ ਹਾਂ ਨਾ। ਉਹ ਤਾਂ ਤੰਜ ਕੱਸਣੇ ਜਿੰਨੇ ਮਰਜ਼ੀ ਕੱਸੀ ਚੱਲੋ। ਤੁਸੀਂ ਕਹਿੰਦੇ ਸਮਾਂ ਨਹੀਂ ਦੱਸਿਆ ਗਿਆ ਵੀ ਕਦੋਂ ਦੇਣੀਆਂ ਸਕੀਮਾਂ, ਕਦੋਂ ਸ਼ੁਰੂ ਕਰਨੀਆਂ, ਪਰ ਕੈਪਟਨ ਸਾਹਿਬ ਨੇ ਤਾਂ ਗੁਟਕਾ ਸਾਹਿਬ ਫੜ ਕੇ 4 ਹਫ਼ਤਿਆਂ ਦੇ ਵਿੱਚ ਜਿਹੜਾ ਹੈਗਾ ਸਰਕਾਰ ਬਣਨ ਤੋਂ ਬਾਅਦ 4 ਹਫ਼ਤਿਆਂ ਦੇ ਵਿੱਚ ਨਸ਼ੇ ਦਾ ਲੱਕ ਤੋੜਾਂਗੇ, ਆਉਂਦੇ ਹੀ ਸਾਰੇ ਜਿਹੜੀ ਹੈਗੀ ਸਰਕਾਰ ਆਉਂਦੀ ਹੀ ਸਾਰੇ ਜਿਹੜੀ ਹੈਗੀ ਪੈਨਸ਼ਨਾਂ ਵਧਾਵਾਂਗੇ 2500, ਤੇ ਹੁਣ ਜਿਹੜਾ ਹਲੇ ਤੱਕ 2500 ਪੈਨਸ਼ਨ ਨਹੀਂ ਹੋਈ ਹੈਗੀ, ਤੇ ਸਰਕਾਰ ਦੇ ਤਾਂ ਕੁਝ ਮਹੀਨੇ ਰਹਿ ਗਏ ਆ। ਦੇਖੋ, ਤੁਸੀਂ ਕਹਿੰਦੇ ਸੀ ਨਸ਼ੇ ਦੇ ਲੱਕ ਤੋੜਨ ਦੀ ਤੁਸੀਂ ਗੱਲ ਕੀਤੀ। ਅੱਜ ਕਿਸਾਨੀ ਅੰਦੋਲਨ ਦੇ ਵਿੱਚ ਜਿਸ ਤਰੀਕੇ ਨਾਲ ਨੌਜਵਾਨੀ ਛਾਈ ਆ, ਜਿਸ ਤਰੀਕੇ ਨਾਲ ਨੌਜਵਾਨੀ ਵੱਧ ਕੇ ਉੱਥੇ ਪਹੁੰਚੀ ਆ, ਕਿਤੇ ਨਾ ਕਿਤੇ ਇਹ ਤਾਂ ਪਤਾ ਚੱਲਿਆ ਨਾ ਵੀ ਪੰਜਾਬ ਦੀ ਨੌਜਵਾਨੀ ਕਿੱਡੀ ਤਗੜੀ ਆ ਔਰ ਕਿਸ ਤਰੀਕੇ ਨਾਲ ਉੱਥੇ ਪਹੁੰਚ ਗਈ ਆ। ਉਹ ਤਾਂ ਹੀ ਪੋਸੀਬਲ ਹੋਇਆ ਨਾ। ਅਗਰ ਇਹੀ ਜਦੋਂ ਅਕਾਲੀ ਦਲ ਦੇ ਟਾਈਮ 'ਚ ਨੌਜਵਾਨ ਨਸ਼ੇ ਦੇ ਤੇ ਧੁੱਤ ਸੀਗਾ, ਅਫਸਰ ਜਿਹੜੇ ਸੀਗੇ, ਸਰਕਾਰ ਜਿਹੜੀ ਸੀ, ਪੋਲੀਟੀਸ਼ੀਅਨ ਜਿਹੜੇ ਸੀ, ਉਹਨਾਂ 'ਤੇ ਸ਼ਰੇਆਮ ਲੱਗਦਾ ਸੀ ਇਲਜ਼ਾਮ ਵੀ ਨਸ਼ਾ ਵਿਕਾਉਂਦੇ ਆ। ਅੱਜ ਕਿਸੇ ਪੋਲੀਟੀਸ਼ੀਅਨ 'ਤੇ ਇਲਜ਼ਾਮ ਨਹੀਂ ਲੱਗਦਾ ਵੀ ਉਹ ਨਸ਼ਾ ਵਿਕਾਉਂਦਾ ਵਾ। ਜਿਹੜੀਆਂ ਕਾਲੀਆਂ ਭੇਡਾਂ ਵਾ ਉਹਨਾਂ 'ਤੇ ਕਾਰਵਾਈ ਕੀਤੀ ਜਾ ਰਹੀ ਆ, ਵੱਡੇ ਵੱਡੇ ਅਫਸਰਾਂ ਨੂੰ ਫੜਿਆ ਜਾ ਰਿਹਾ ਵਾ, STF ਬਣੀ। ਇੱਥੋਂ ਤੱਕ ਦੇਖੋ, ਮੈਂ ਤੁਹਾਨੂੰ ਇੱਕ ਫਿਰ ਕਲੀਅਰ ਕਰਦਾ ਗੱਲ। ਨਸ਼ਾ ਜਿਹੜਾ ਸੀ ਨਾ, ਉਹ ਅਗਰ ਨੌਜਵਾਨ ਇੱਕ ਪੀੜ੍ਹੀ ਸੀ ਜਿਹੜੀ ਨਸ਼ੇ 'ਚ ਧੁੱਤ ਸੀ, ਨਸ਼ੇ ਦੇ ਵਿੱਚ ਵੜੀ ਹੋਈ ਸੀ, ਇੱਕ ਆਉਣ ਵਾਲੀ ਪੀੜ੍ਹੀ ਸੀ ਜਿਹੜੀ ਨਸ਼ੇ ਦੇ ਦਲਦਲ 'ਚ ਫਸ ਸਕਦੀ ਸੀ। ਅੱਜ 36 ਲੱਖ ਬੱਚਾ ਪੰਜਾਬ ਦੇ ਵਿੱਚ ਡੈਪੋ ਪ੍ਰੋਗਰਾਮ ਦੇ ਨਾਲ ਐਨਰੋਲਡ ਹੈਗਾ ਵਾ। ਇੱਕ ਨਵੀਂ ਪੀੜ੍ਹੀ ਨਸ਼ੇ ਦੇ ਵਿੱਚ ਆਉਣ ਦੇ ਦਲਦਲ ਤੋਂ ਰੁਕੀ ਆ। 8ਵੀਂ 7ਵੀਂ 9ਵੀਂ ਦੇ ਕਲਾਸ ਦੇ ਬੱਚਿਆਂ ਨੂੰ ਇਸ ਬਾਰੇ ਅਵੇਅਰ ਕੀਤਾ ਗਿਆ ਵਾ। ਅੱਜ ਨਸ਼ੇ ਦੀ ਅਵੇਅਰਨੈਸ ਜ਼ਿਆਦਾ ਵਾ। ਤੁਹਾਡਾ ਵੀ ਬਹੁਤ ਵੱਡਾ ਸਹਿਯੋਗ ਆ, ਸਮਾਜ ਦਾ ਵੀ ਬੜਾ ਵੱਡਾ ਸਹਿਯੋਗ ਆ, ਲੇਕਿਨ ਸਰਕਾਰ ਨੇ ਇੱਕ ਇਨਫਰਾਸਟ੍ਰਕਚਰ ਕ੍ਰੀਏਟ ਕੀਤਾ ਜਿੱਥੇ ਲੋਕ ਨਸ਼ੇ ਦੇ ਵੱਲ ਨੂੰ ਨਹੀਂ ਜਾ ਰਹੇ। ਅੱਜ ਇੱਕ ਇਹ ਮੁੱਦਾ ਬਣਿਆ, ਸਰਕਾਰ ਨੇ ਉਹਨੂੰ ਫੈਸਿਲੀਟੇਟ ਕੀਤਾ ਔਰ ਇਹਦੇ ਵਿੱਚ ਕਹਿ 'ਚ ਕੋਈ ਗੁਰੇਜ਼ ਨਹੀਂ ਆ। ਸਰਕਾਰ ਨੇ ਪਿਛਲੀ ਸਰਕਾਰ ਦੇ ਕੰਪੈਰੀਜ਼ਨ 'ਚ ਨਸ਼ੇ ਨਾਲੋਂ ਬਹੁਤ ਜ਼ਿਆਦਾ ਵਧੀਆ ਕੰਮ ਕੀਤਾ ਵਾ। ਇਹਦੇ ਵਿੱਚ ਕੋਈ ਮਤਲਬ ਮੈਨੂੰ ਦੱਸਣ ਦੀ ਵੀ ਲੋੜ ਨਹੀਂ। ਅਕਾਲੀ ਦਲ ਨੇ ਕਿੰਨਾ ਕੰਮ ਕੀਤਾ ਔਰ ਕਾਂਗਰਸ ਨੇ ਕਿੰਨਾ ਕੰਮ ਕੀਤਾ ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਇਹ ਉਹੀ ਅਕਾਲੀ ਦਲ ਜਿਹੜਾ ਕਹਿੰਦਾ ਸੀ ਨਸ਼ਾ ਹੈ ਹੀ ਨਹੀਂ ਪੰਜਾਬ ਵਿੱਚ। ਤੁਸੀਂ ਸਾਰਿਆਂ ਨੇ, ਮੀਡੀਆ ਨੇ ਹਾਈਲਾਈਟ ਕੀਤਾ। ਅੱਜ ਤੁਸੀਂ ਦੇਖੋ ਜਾ ਕੇ ਵੀ ਉਸ ਤਰੀਕੇ ਦਾ ਜਿਵੇਂ ਉਦੋਂ ਨਸ਼ਾ ਵਿਕ ਰਿਹਾ ਸੀਗਾ, ਠੀਕ ਆ, ਨਸ਼ੇ ਦੀ ਕਿਸਮ ਵਿਕ ਚੁੱਕੀ ਹੋਗੀ, ਲੇਕਿਨ ਹਾਂ, ਡਰੱਗ ਨੈਕਸਸ ਤੋੜਿਆ ਗਿਆ, ਲੋਕਾਂ ਨੂੰ ਤੋੜੇਗਾ। ਸੋ ਇਸ ਕਰਕੇ ਕੰਮ ਤਾਂ ਉੱਤੇ ਹੋਇਆ ਵਾ। ਕਿਸੇ ਦੇ ਨਜ਼ਰ 'ਚ ਵੱਧ ਹੋਇਆ, ਕਿਸੇ ਦੀ ਨਜ਼ਰ 'ਚ ਘੱਟ ਹੋਇਆ। ਨਸ਼ਾ ਖਤਮ ਹੋ ਗਿਆ ਹੁਣ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ? ਇਹ ਤੁਸੀਂ ਬੈਟਰ ਦੇਖ ਸਕਦੇ ਹੋ, ਲੋਕ ਬੈਟਰ ਦੱਸ ਸਕਦੇ ਆ। ਮੇਰੀ ਨਜ਼ਰ ਦੇ ਵਿੱਚ ਬਿਲਕੁਲ ਮੈਂ ਤੁਹਾਨੂੰ ਇਹ ਕਹਿੰਦਾ ਵਾਂ ਵੀ ਨਸ਼ਾ ਨਹੀਂ ਹਾਲੇ ਖਤਮ ਹੋਇਆ, ਲੇਕਿਨ ਆਪਾਂ ਇਹ ਵੀ ਕਹਿਣਾ ਗਲਤ ਹੋਊਗਾ ਵੀ ਨਸ਼ੇ ਦੇ ਉੱਤੇ ਕੋਈ ਕੰਮ ਨਹੀਂ ਹੋਇਆ ਔਰ ਨਸ਼ੇ ਦੀ ਰੋਕ ਟੋਕ ਨਹੀਂ ਲੱਗੀ। ਔਰ ਜਿਸ ਤਰੀਕੇ ਨਾਲ ਅਕਾਲੀ ਦਲ ਨੇ ਕੀਤਾ ਸੀਗਾ, ਅੱਜ ਲੱਕ ਨਹੀਂ ਟੁੱਟਿਆ, ਅੱਜ ਨਸ਼ੇ ਦਾ ਲੱਕ ਟੁੱਟਿਆ ਵਾ। ਅੱਜ ਲੋਕੀ ਡਰਦੇ ਆ, ਪੁਲਿਸ ਅਫਸਰ ਡਰਦੇ ਆ, ਜਿਹੜੇ ਕੋਈ ਡਰੱਗ ਵਪਾਰੀਆਂ ਨੂੰ ਜਿਹੜੇ ਕੋਈ ਸ਼ੈਲਟਰ ਦਿੰਦੇ ਆ ਉਹ ਡਰਦੇ ਆ। ਔਰ ਇਸ ਤਰੀਕੇ ਨਾਲ ਤੁਸੀਂ ਵੇਖੋ ਅੱਜ ਕਿੰਨੀ ਡਰੱਗ ਕਿੰਨਾ ਫੜਿਆ ਗਿਆ ਵਾ, ਅੱਜ ਕਿਸ ਤਰੀਕੇ ਨਾਲ ਪੁਲਿਸ ਕਾਰਵਾਈ ਕਰ ਰਹੀ ਆ। ਸੋ ਇਹ ਫਰਕ ਆ ਔਰ ਇਹ ਲੋਕਾਂ ਨੂੰ ਵੇਖਣਾ ਚਾਹੀਦਾ। ਔਰ ਇਸ ਤੋਂ ਵੱਡਾ ਐਗਜ਼ਾਮਪਲ ਨਹੀਂ ਹੋ ਸਕਦਾ ਜਿਸ ਤਰੀਕੇ ਨਾਲ ਕਿਸਾਨੀ ਅੰਦੋਲਨ 'ਚ ਜਵਾਨੀ ਪਹੁੰਚੀ ਆ। ਤੁਸੀਂ ਪੁਲਿਸ ਕਾਰਵਾਈ ਦੀ ਗੱਲ ਕੀਤੀ, ਨਸ਼ੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਵੀ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਤੇ ਮੀਡੀਆ ਵੱਲੋਂ ਵੀ, ਕਿ ਹੁਣ ਤੱਕ ਦੱਸੋ ਕਿਹੜਾ ਵੱਡਾ ਡਰੱਗ ਤਸਕਰ ਫੜਿਆ? ਜਿਹੜੇ ਛੋਟੇ ਛੋਟੇ ਨਸ਼ਾ ਕਰਨ ਵਾਲੇ ਨੌਜਵਾਨ, ਉਹਨਾਂ 'ਤੇ ਪਰਚੇ ਦੇ ਕੇ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਗਿਆ। ਕਿਹੜਾ ਨਸ਼ਾ ਤਸਕਰ ਵੱਡਾ ਜਿਹੜਾ ਅੱਜ ਤੱਕ ਉਹਦੇ 'ਤੇ ਪਰਚਾ ਹੋਇਆ? ਕਿਹੜਾ? ਜਿਹਦਾ ਕਿਸੇ ਦਾ ਤੁਹਾਨੂੰ ਨਾਮ ਪਤਾ ਤੁਸੀਂ ਦੱਸ ਦਿਓ, ਮੈਂ ਦੱਸ ਦੂੰਗਾ ਵੀ ਅੱਜ ਉਹ ਕਿਤੇ ਸ਼ਰੇਆਮ ਵਿਕਾ ਰਿਹਾ ਜਾਂ ਨਹੀਂ ਵਿਕਾ ਰਿਹਾ। ਗੱਲ ਇਹ ਆ ਵੀ ਨਸ਼ੇ ਤਸਕਰਾਂ ਦੇ ਨਾਮ ਵੀ ਤਾਂ ਦੱਸੋ ਨਾ, ਵੀ ਜਿਨ੍ਹਾਂ ਦੇ ਐਵੇਂ ਕਹਿਣਾ ਬਹੁਤ ਸੌਖਾ, ਫਲਾਨਾ ਨਸ਼ਾ ਤਸਕਰ ਸੀਗਾ। ਕਿੰਨੇ ਅੱਜ CIA ਇੰਸਪੈਕਟਰ ਜਿਹੜਾ ਜੇਲ੍ਹ ਦੇ ਵਿੱਚ ਬੰਦ ਹੈਗਾ ਵਾ। ਅੱਜ ਕਈ ਇਹੋ ਜਿਹੇ ਅਫਸਰ ਜਿਹੜੇ ਨਸ਼ੇ ਦੇ ਨਾਲ ਲੈਣ ਦੇਣ ਕਰਦੇ ਸੀਗੇ, ਉਹਨਾਂ ਨੂੰ ਕਿੱਥੇ ਫੜਿਆ ਗਿਆ? ਹਾਂ, ਜਿੱਥੇ ਨਹੀਂ ਸਰਕਾਰ ਦੀ ਕਮੀ ਹੈਗੀ ਉਹ ਮੈਂ ਦੱਸ ਦਿੰਦਾ ਵਾਂ, ਜਿਹਦੇ ਵਿੱਚ ਆਪਣਾ ਤੁਸੀਂ ਵੇਖੋ ਬਿਕਰਮ ਮਜੀਠੀਏ ਵੱਲ ਅਗਰ ਆਪਾਂ ਗੱਲ ਕਰੀਏ, ਜਿਨ੍ਹਾਂ 'ਤੇ ਸ਼ਰੇਆਮ ਇਲਜ਼ਾਮ ਲੱਗਦੇ ਸੀ ਔਰ ਪਿਛਲੀ ਸਰਕਾਰ 'ਚ ਇਹ ਇਲਜ਼ਾਮ ਲੱਗਦਾ ਸੀਗਾ ਵੀ ਇਹਨਾਂ ਨੇ ਨਸ਼ਾ ਵਿਕਾਇਆ ਵਾ। ਉਹ ਹਾਈ ਕੋਰਟ ਦੇ ਵਿੱਚ ED ਦੀ ਰਿਪੋਰਟ ਪੈਂਡਿੰਗ ਆ। ਉਹ ਰਿਪੋਰਟ ਆ ਜੇ ਮੇਰੇ ਹਿਸਾਬ ਨਾਲ, ਉਸ ਤੋਂ ਬਾਅਦ ਇਹਨਾਂ 'ਤੇ ਵੀ ਕਾਰਵਾਈ ਬਣਦੀ ਆ। ਤੁਸੀਂ ਤਾਂ ਕਿਹਾ ਸੀ ਸਰਕਾਰ ਆਉਣ 'ਤੇ ਇਹਨਾਂ ਨੂੰ ਸਭ ਤੋਂ ਪਹਿਲਾਂ ਅੰਦਰ ਜੇਲ੍ਹਾਂ 'ਤੇ ਛਿਟਾਂਗੇ। 5 ਸਾਲ ਹੋਣ ਲੱਗੇ ਪੂਰੇ, ਹਾਲੇ ਤੱਕ ਤਾਂ ਸਿੱਟੇ ਨਹੀਂ ਜੇਲ੍ਹਾਂ ਦੇ ਵਿੱਚ। ਦੇਖੋ, ਸਰਕਾਰ ਆਉਣ 'ਤੇ ਸਰਕਾਰ ਨੇ STF ਬਣਾਈ, ਸਰਕਾਰ ਨੇ ਜੋ ਕਾਨੂੰਨ ਪ੍ਰਤੀਕਿਰਿਆ ਸੀ ਉਹ ਪੂਰੀ ਕੀਤੀ। ਔਰ ਇਸ ਕਰਕੇ ਹੀ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਵਾਂ ਵੀ ਕਾਨੂੰਨ ਦਾ ਪ੍ਰਤੀਕਿਰਿਆ STF ਬਣਾਉਣਾ ਇਹ ਸਾਡਾ ਕੰਮ ਆ। ਉਸ ਜਿਹੜੇ ਇਮਾਨਦਾਰ ਅਫਸਰ ਲਾਏ, ਤਫਤੀਸ਼ਾਂ ਹੋ ਰਹੀਆਂ, ਇਨਵੈਸਟੀਗੇਸ਼ਨਾਂ ਚੱਲ ਰਹੀਆਂ, ਕੋਰਟਾਂ ਦੇ ਵਿੱਚ ਮਸਲਾ ਵਾ। ਇਹ ਗੱਲ ਨੂੰ ਕਲੀਅਰ ਮੈਂ ਕਰ ਦਿੰਦਾ, ਪੋਲੀਟੀਸ਼ੀਅਨ ਦੇ ਹੱਥ ਨਹੀਂ ਹੁੰਦਾ ਵੀ ਕਿਸੇ ਨੂੰ ਫੜ ਕੇ ਜੇਲ੍ਹ 'ਚ ਅੰਦਰ ਦੇ ਦੇਣਾ। ਪੁਲਿਸ ਨੇ ਅੰਦਰ ਦੇਣਾ, ਕੋਰਟ ਨੇ ਸਜ਼ਾ ਦੇਣੀ ਆ, ਕੇਸ ਬਣਾਉਣਾ,
ਜ਼ਰੂਰ ਪੋਲੀਟੀਸ਼ੀਅਨ ਦੇ ਹੱਥ ਵਿੱਚ ਹੁੰਦਾ ਵਾ ਵੀ ਹਾਂ ਵੀ ਆਹ ਚੀਜ਼ ਦੇ ਉੱਤੇ ਤਫਤੀਸ਼ ਕੀਤੀ ਜਾਵੇ ਔਰ ਜਦੋਂ ਤਫਤੀਸ਼ 'ਚ ਕੋਈ ਫੜਿਆ ਜਾਂਦਾ ਵਾ ਉਹਦੇ ਤੇ ਕਾਰਵਾਈ ਹੋਵੇ। ਲੇਕਿਨ ਪੰਜਾਬ ਸਰਕਾਰ ਨੇ, ਕੈਪਟਨ ਅਮਰਿੰਦਰ ਸਿੰਘ ਨੇ ਜਾਂ ਉਹਨਾਂ ਦੇ ਮੰਤਰੀਆਂ ਨੇ ਜਾਂ ਉਹਨਾਂ ਦੇ ਐਮਐਲਏ ਨੇ ਕਦੀ ਤਫਤੀਸ਼ ਦੇ ਵਿੱਚ ਇੰਟਰਫੇਅਰ ਨਹੀਂ ਕੀਤਾ। ਭਾਵੇਂ ਬਰਗਾੜੀ ਦਾ ਮਸਲਾ ਸੀ, ਭਾਵੇਂ ਬਹਿਬਲ ਕਲਾਂ ਦਾ ਮਸਲਾ ਸੀ, ਭਾਵੇਂ ਨਸ਼ਿਆਂ ਦਾ ਮਸਲਾ ਸੀ, ਇਹਨਾਂ ਤੇ ਤਫਤੀਸ਼ ਚੱਲ ਰਹੀ ਆ। ਤਫਤੀਸ਼ ਦੇ ਵਿੱਚ ਅਗਰ ਕੋਈ ਮੁਸ਼ਕਲਾਂ ਆ ਰਹੀਆਂ ਵਾ ਉਹ ਤੁਸੀਂ ਪੁਲਿਸ ਅਫਸਰਾਂ ਤੋਂ ਬਿਹਤਰ ਪੁੱਛ ਸਕਦੇ। ਬਰਗਾੜੀ ਦੀ ਗੱਲ ਕੀਤੀ, ਉਹਨਾਂ ਨੇ ਕਿਹਾ ਸੀ ਆਂਦੀ ਸਾਰੇ ਦੋਸ਼ੀਆਂ ਨੂੰ ਜੇਲ੍ਹ ਤੇ ਸਿੱਟਾਂਗੇ, 5 ਸਾਲ ਪੂਰੇ ਹੋਣ ਜਾ ਰਹੇ ਆ, ਹਾਲੇ ਤੱਕ ਕਿਹੜਾ ਦੋਸ਼ੀ ਜਿਹੜਾ ਅੰਦਰ ਕੀਤਾ ਹੈ? ਤੁਸੀਂ ਵੇਖ ਹੀ ਲਓ ਅੱਜ ਤੱਕ ਕਿੰਨੇ ਪਾ ਲਿਆ ਸੀ ਡੀਜੀਪੀ ਨੂੰ ਹੱਥ। ਕੋਰਟਾਂ ਤੋਂ ਬੇਲ ਮਿਲੀ ਆ ਨਾ, ਪੰਜਾਬ ਸਰਕਾਰ ਦਾ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਨਹੀਂ ਬੇਲ ਦਿੱਤੀ। ਉਹਦਾ ਕੋਰਟ ਜਾਣਨ, ਤਫਤੀਸ਼ ਜਾਣੇ ਔਰ ਉਸ ਤਰੀਕੇ ਦਾ ਗੱਲਬਾਤ ਜਾਣੇ। ਸੋ ਮੈਂ ਤੁਹਾਨੂੰ ਸਿਰਫ ਇੰਨੀ ਕੁ ਗੱਲ ਕਹਿਣਾ ਚਾਹੁੰਦਾ ਵਾਂ, ਹਰ ਗੱਲ ਦੇ ਵਿੱਚ ਆਪਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਸੂਰਵਾਰ ਨਾ ਛਡਾਈਏ। ਸਿਸਟਮ ਆ, ਕੋਰਟ ਆ, ਤਫਤੀਸ਼ ਆ, ਇਨਵੈਸਟੀਗੇਸ਼ਨ ਆ, ਪੁਲਿਸ ਆ। ਕੈਪਟਨ ਅਮਰਿੰਦਰ ਸਿੰਘ ਇੰਟਰਫੇਅਰ ਨਹੀਂ ਕਰਦਾ ਤਫਤੀਸ਼ ਦੇ ਵਿੱਚ ਵੀ ਹਾਂ ਫਲਾਣੇ ਨੂੰ ਫੜ ਕੇ ਅੰਦਰ ਦੇ ਦਿਓ। ਸਾਡਾ ਕੋਈ ਰਾਜਨੀਤਿਕ ਵਿਰੋਧੀ ਆ, ਕੱਲ੍ਹ ਨੂੰ ਅਸੀਂ ਉਹਨੂੰ ਕਹਿ ਦਈਏ ਇਹਨੂੰ ਫੜ ਕੇ ਅੰਦਰ ਦੇ ਦਿਓ, ਕੋਈ ਸਬੂਤ ਚਾਹੀਦੇ ਆ, ਤੱਥਾਂ ਦੇ ਆਧਾਰ 'ਤੇ ਗੱਲ ਚਾਹੀਦੀ ਆ। ਅਗਰ ਕੋਈ ਅਫਸਰ ਇਸ ਤੋਂ ਆਪਣਾ ਜਿਹੜਾ ਅਫਸਰ ਲਾਏ ਆ, ਮੈਨੂੰ ਦੱਸੋ ਇਹਨਾਂ ਤੋਂ ਬਿਹਤਰ ਅਫਸਰ ਲਾ ਸਕਦੇ ਸੀ, ਸਰਕਾਰ ਲਾ ਦਿੰਦੀ। ਸਰਕਾਰ ਦਾ ਕੰਮ ਸੀ ਬਿਹਤਰ ਅਫਸਰ ਲਾ ਕੇ ਇਨਵੈਸਟੀਗੇਸ਼ਨ ਕਰਾਉਣਾ। 10 ਚਲਾਨ ਪੇਸ਼ ਹੋ ਚੁੱਕੇ ਆ ਇਨਵੈਸਟੀਗੇਸ਼ਨ ਦੇ ਵਿੱਚ, ਬਹੁਤ ਨਾਮ ਅਕਿਊਜ਼ਡ। ਔਰ ਆਉਣ ਵਾਲੇ ਸਮੇਂ 'ਚ ਤੁਹਾਨੂੰ ਕਲੀਅਰ ਕੱਟ ਪਤਾ ਚੱਲ ਜੂਗਾ। ਡੇਰਾ ਰਾਮ ਰਹੀਮ ਬਾਬਾ ਜੀ ਜਿਹੜੇ ਆਪਣਾ ਕਹਿੰਦੇ ਇਹਨਾਂ ਦਾ ਬਾਬਾ ਵਾ ਡੇਰਾ ਰਾਮ ਰਹੀਮ ਵਾਲੇ, ਉਹਨਾਂ ਦੇ ਵਾਰੰਟ ਤੱਕ ਇਸ਼ੂ ਹੋ ਗਏ। ਸੋ ਮੇਰਾ ਸਿਰਫ ਇਹ ਕਹਿਣ ਦਾ ਮਤਲਬ ਆ ਪੁਲਿਸ ਤਫਤੀਸ਼ ਕਰ ਰਹੀ ਸੀ ਔਰ ਸਰਕਾਰ ਵੱਲੋਂ ਕੋਈ ਅੜਚਨ ਨਹੀਂ ਬਣੀ। ਅੱਗੇ ਜਿਹੜਾ ਤਫਤੀਸ਼ ਦਾ ਕੰਮ ਔਰ ਕੋਰਟਾਂ ਦਾ ਕੰਮ ਆ, ਉਹ ਕੋਰਟ ਔਰ ਤਫਤੀਸ਼ ਬੈਟਰ ਹੋ ਸਕਦੇ। ਹਰ ਚੀਜ਼ ਦੇ ਵਿੱਚ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣਾ ਕਿਸੇ ਪੱਖੋਂ ਸਹੀ ਗੱਲ ਨਹੀਂ। ਤੁਸੀਂ ਦਬਾਅ ਦੀ ਗੱਲ ਕਰੀਏ, ਅੜਚਨ ਦੀ ਗੱਲ ਕਰੀਏ, ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਜਾਂਚ ਕਰ ਰਿਹਾ, ਉਹਨਾਂ ਨੇ ਵੀ ਇੱਕ ਇੰਟਰਵਿਊ ਦੇ ਵਿੱਚ ਕਿਹਾ ਵੀ ਦਬਾਅ ਹੈ ਕਿਤੇ ਨਾ ਕਿਤੇ, ਉਹਨਾਂ 'ਤੇ ਲੱਗ ਰਿਹਾ ਵੀ ਉਹਨਾਂ 'ਤੇ ਦਬਾਅ ਪੈ ਰਿਹਾ ਕਿਤੇ ਨਾ ਕਿਤੇ ਮਾਮਲੇ ਵਿੱਚ। ਇਹ ਤੁਸੀਂ ਕੁੰਵਰ ਵਿਜੇ ਪ੍ਰਤਾਪ ਤੋਂ ਪੁੱਛ ਲਓ, ਉਹਨੂੰ ਬੈਟਰ ਜਵਾਬ ਦੇ ਸਕਦੇ ਆ। ਸਰਕਾਰ ਵੱਲੋਂ ਕਿਸੇ ਨੂੰ ਕੋਈ ਦਬਾਅ, ਉਹਨਾਂ ਨੇ ਅਕਾਲੀ ਦਲ ਦੇ ਦਬਾਅ ਦੇ ਉੱਤੇ ਗੱਲ ਕੀਤੀ ਆ, ਅਕਾਲੀ ਦਲ ਵੱਲੋਂ ਧਮਕੀਆਂ ਦੀ ਗੱਲ ਕੀਤੀ ਆ। ਸੋ ਇਹ ਬੈਟਰ ਤੁਸੀਂ ਕੁੰਵਰ ਵਿਜੇ ਪ੍ਰਤਾਪ ਤੋਂ ਪੁੱਛੋ, ਕਿਉਂਕਿ ਮੈਂ ਉਹਨਾਂ ਦੇ ਵੱਲੋਂ ਤਾਂ ਕੀ ਬੋਲ ਸਕਦਾ ਵਾਂ। ਲੇਕਿਨ ਸਾਡੇ ਵੱਲੋਂ ਮੈਨੂੰ ਇੰਨਾ ਪਤਾ ਵਾ ਵੀ ਕਾਂਗਰਸ ਸਰਕਾਰ ਨੇ ਕਦੀ ਕਿਸੇ ਤੇ ਕੋਈ ਅਨਡਿਊ ਪ੍ਰੈਸ਼ਰ ਨਹੀਂ ਪਾਇਆ, ਕਿਸੇ ਨੂੰ ਕੋਈ ਇਹੋ ਜਿਹੀ ਗਲਤ ਕਹਿ ਕੇ ਉਹ ਚੀਜ਼ਾਂ ਨਹੀਂ ਕੀਤੀਆਂ। ਔਰ ਇਹ ਚੀਜ਼ ਨੂੰ ਲੋਕ ਨਾ, ਅੱਜ ਤੁਸੀਂ ਵੇਖ ਲਓ, ਤੁਹਾਡਾ ਚੈਨਲ ਆ, ਤੁਹਾਡਾ ਸਾਰਾ ਕੁਛ ਆ, ਕਈ ਲੋਕਾਂ ਨੂੰ ਫੈਕਟਸ ਪਤਾ ਨਹੀਂ, ਕਈ ਲੋਕਾਂ ਦੀ ਸਮਝ ਹੈ ਨਹੀਂ, ਲੇਕਿਨ ਬਸ ਕਮੈਂਟ ਕਰਨੇ ਆ, ਵਿਰੋਧ ਕਰਨਾ ਵਾ ਔਰ ਉਹ ਕਰੀ ਜਾਣਾ ਵਾ। ਸਿਸਟਮ ਦੇ ਵਿੱਚ ਰਹਿ ਕੇ ਸਭ ਕੁਝ ਹੋ ਸਕਦਾ ਵਾ। ਤਫਤੀਸ਼ ਹੋਣੀ ਆ, ਕੋਰਟਾਂ ਬੈਠੀਆਂ ਵਾ, ਜ਼ਮਾਨਤਾਂ ਅਸੀਂ ਨਹੀਂ ਦਿੱਤੀਆਂ, ਅਸੀਂ ਤਾਂ ਫੜਨ ਦੀ ਗੱਲ ਕੀਤੀ, ਲੇਕਿਨ ਕੋਰਟਾਂ ਨੇ ਜ਼ਮਾਨਤ ਦਿੱਤੀ, ਉਹਦੇ ਵਿੱਚ ਅਸੀਂ ਕੀ ਕਰ ਸਕਦੇ। ਤੁਹਾਡੀ ਪਾਰਟੀ ਵੱਲੋਂ ਕਿਹਾ ਗਿਆ ਸੀਗਾ ਕਿ ਸਾਡੀ ਸਰਕਾਰ ਆਉਣ 'ਤੇ ਨਜਾਇਜ਼ ਮਾਈਨਿੰਗ ਜਿਹੜੀ ਹੈਗੀ ਹੈ ਰੋਕੀ ਜਾਵੇਗੀ, ਜਿਹੜਾ ਨਜਾਇਜ਼ ਮਾਈਨਿੰਗ ਚੱਲਦੀ ਹੈ ਲੋਕਾਂ ਨੂੰ ਸਸਤਾ ਰੇਤ ਬਜਰੀ ਦੇਵਾਂਗੇ। ਹੁਣ ਵੀ ਲਗਾਤਾਰ ਨਜਾਇਜ਼ ਮਾਈਨਿੰਗ ਚੱਲ ਰਹੀ ਹੈ, ਲਗਾਤਾਰ ਵਿਰੋਧੀ ਪਾਰਟੀਆਂ ਇੱਥੋਂ ਤੱਕ ਵੀ ਸਰਕਾਰੀ ਖਜ਼ਾਨੇ 'ਚ ਪੈਸਾ ਨਹੀਂ ਜਾ ਰਿਹਾ। ਵਿਰੋਧੀ ਪਾਰਟੀਆਂ ਨੇ ਤਾਂ ਮੈਂ ਕਹਿਣਾ ਜੀ 300 ਕਰੋੜ ਦਾ ਰੈਵਨਿਊ ਅਗਰ ਆਇਆ ਵਾ, ਪਿਛਲੀ ਸਰਕਾਰ 40 ਕਰੋੜ ਸੀ, ਅੱਜ 300 ਕਰੋੜ, 40 ਤਾਂ 300 ਦੇ ਹਿਸਾਬ ਨਾਲ ਲਾ ਲਓ, 10 ਗੁਣਾ ਰੈਵਨਿਊ ਹੋ ਗਿਆ। ਹੁਣ ਮੈਂ ਉਹੀ ਕਹਿ ਰਿਹਾ ਨਾ, ਤੱਥ ਆ ਅੱਜ ਹਾਈ ਲੈਵਲ ਆਪਣਾ ਕੀ ਕਹਿੰਦੇ ADGP ਲੈਵਲ ਦੀ ਇੱਕ ਇਨਫੋਰਸਮੈਂਟ ਟੀਮ ਇਲੀਗਲ ਮਾਈਨਿੰਗ ਦੇ ਉੱਤੇ ਲਾਈ ਗਈ ਆ ਸਾਰੇ ਪੰਜਾਬ 'ਚ। ਇਸ ਤੋਂ ਉੱਪਰ ਅਫਸਰ ਨਹੀਂ ਲਾ ਸਕਦੇ। ਹੁਣ ਇਲੀਗਲ ਮਾਈਨਿੰਗ ਜਿਹੜੀ ਰੋਕਣੀ ਆ ਉਹ ਮਾਈਨਿੰਗ ਡਿਪਾਰਟਮੈਂਟ ਨੇ ਔਰ ਅਫਸਰਾਂ ਨੇ ਰੋਕਣੀ ਆ। ਅਗਰ ਕਿਤੇ ਕੋਈ ਸਰਕਾਰ ਦਾ ਬੰਦਾ ਜਾਂ ਕੋਈ ਇਹਦੇ ਵਿੱਚ ਇੰਟਰਫੇਅਰ ਕਰਦਾ ਵਾ ਤੇ ਅਫਸਰਾਂ ਨੂੰ ਵੀ ਉਹਦੇ 'ਤੇ ਸਖਤ ਕਾਰਵਾਈ ਕਰਨੀ ਚਾਹੀਦੀ। ਕਿਉਂਕਿ ਕੈਪਟਨ ਸਾਹਿਬ ਦੀ ਇੱਕ ਸਿੰਪਲ ਗੱਲ ਆ, ਨਾ ਤਾਂ ਮੈਂ ਇਹ ਕਿਸੇ ਅਕਾਲੀ ਦਲ ਵਾਂਗੂ ਤਾਂ ਹੈ ਨਹੀਂ ਵੀ ਇਹ 'ਚੋਂ ਹਿੱਸੇ ਲੈਣੇ ਆ, ਇਹ 'ਚੋਂ ਗੱਲਾਂ ਬਾਤਾਂ ਕਰਨੀਆਂ। ਸੋ ਮੇਰੇ ਹਿਸਾਬ ਨਾਲ ਆਪਣਾ ਕਹਿੰਦੇ ਕੈਪਟਨ ਸਾਹਿਬ ਤੋਂ ਵੱਧ ਪਾਰਦਰਸ਼ਤਾ ਇਸ ਚੀਜ਼ 'ਚ ਕੋਈ ਦੇ ਨਹੀਂ ਸਕਦਾ। ਮੋਦੀ ਨੇ ਕਹਿਣਾ ਕਿ 4 ਸਾਲ ਲਗਾਤਾਰ ਨਜਾਇਜ਼ ਮਾਈਨਿੰਗ ਕਰਕੇ ਹੁਣ ਜਿਹੜੇ ਹੈਗੇ ਆ ਦਿਖਾਵੇ ਦੇ ਲਈ ਹੁਣ ਲਾਸਟ ਮਹੀਨੇ ਦੇ ਵਿੱਚ ਜਾਂਚ ਦੀ ਗੱਲ ਕਰ ਰਹੇ। ਭਾਈ ਲਾਸਟ ਮਹੀਨਾ ਸਰਕਾਰ ਦਾ ਹੋ ਸਕਦਾ, ਪੰਜਾਬ ਦਾ ਤਾਂ ਨਹੀਂ ਲਾਸਟ ਮਹੀਨਾ। ਪੰਜਾਬ ਦੀ ਜਿਹੜੀ ਸਰਕਾਰ ਬਣਦੀ ਆ ਉਹ 5 ਸਾਲਾਂ ਵਾਸਤੇ ਜ਼ਰੂਰ ਬਣਦੀ ਆ, ਲੇਕਿਨ ਪੰਜਾਬ ਨੂੰ ਤਾਂ ਉਹਦਾ ਸਾਰੀ ਉਮਰ ਦਾ ਬੈਨੀਫਿਟ ਲੈਂਦਾ। ਜਿਹੜੇ ਬਾਦਲ ਸਾਹਿਬ ਨੇ ਫੈਸਲੇ ਕੀਤੇ ਸੀਗੇ ਉਹ ਆਉਣ ਵਾਲੇ 10 ਸਾਲ 15 ਸਾਲ 20 50 ਸਾਲ ਤੱਕ ਚੱਲਦੇ ਆ। ਸੋ ਸਰਕਾਰ ਆਪਣੇ ਫੈਸਲੇ ਕਰਦੀ ਆ। ਇਹਨੂੰ ਤੁਸੀਂ ਬਾਰ-ਬਾਰ 4 ਸਾਲ 5 ਸਾਲ ਦੇ ਵਿੱਚ ਨਾ ਉਲਝ ਕੇ ਰੱਖ ਦਿਓ। ਕੀ ਪਤਾ ਅਸੀਂ ਦੁਬਾਰਾ ਆਉਣਾ ਹੋਵੇ 5 ਸਾਲ, ਫਿਰ 5 ਸਾਲ ਅਸੀਂ ਵੀ ਤਾਂ ਦੁਬਾਰਾ ਆਉਣਾ ਵਾ, ਅਸੀਂ ਕੀ ਦੁਬਾਰਾ ਨਹੀਂ ਆਉਣਾ ਚਾਹੁੰਦੇ। ਉਹ ਸਕੀਮਾਂ ਕੰਟੀਨਿਊ ਨਹੀਂ ਹੋਣਗੀਆਂ। ਹਾਂ ਇਹ ਗੱਲ ਜ਼ਰੂਰ ਆ, ਅਕਾਲੀ ਦਲ ਆ ਗਿਆ ਸਕੀਮਾਂ ਬੰਦ ਜ਼ਰੂਰ ਕਰ ਦੇਣਗੇ। ਅਗਰ ਅਕਾਲੀ ਦਲ ਆ ਗਿਆ, ਜਿਹੜੀਆਂ ਸਕੀਮਾਂ ਅਸੀਂ ਲਾਗੂ ਕੀਤੀਆਂ, ਭਾਵੇਂ ਫ੍ਰੀ ਸਮਾਰਟਫੋਨ ਹੋਣ, ਭਾਵੇਂ ਫ੍ਰੀ ਟਰਾਂਸਪੋਰਟ ਹੋਵੇ, ਟਰਾਂਸਪੋਰਟ ਤਾਂ ਸਭ ਤੋਂ ਪਹਿਲਾਂ ਇਹਨਾਂ ਨੇ ਆ ਕੇ ਬੰਦ ਕਰਨਾ। ਅੱਜ ਅਕਾਲੀ ਦਲ ਅਗਰ ਪਾਰਟੀ ਆਉਂਦੀ, ਆਮ ਆਦਮੀ ਪਾਰਟੀ, ਇਹਨਾਂ ਨੂੰ ਪਤਾ ਹੀ ਨਹੀਂ ਪੰਜਾਬ ਦੇ ਬਾਰੇ ਕੀ ਹੈਗਾ। ਇਹਨਾਂ ਨੂੰ ਪੰਜਾਬ ਦੇ ਅੱਜ ਵੀ ਅਗਰ ਅਰਵਿੰਦ ਕੇਜਰੀਵਾਲ ਨੂੰ ਪੁੱਛ ਲਓ ਵੀ 28 ਜ਼ਿਲ੍ਹਿਆਂ ਦੇ ਨਾਮ ਦੱਸਦੇ, ਇਹਨੂੰ 28 ਜ਼ਿਲ੍ਹਿਆਂ ਦੇ ਨਾਮ ਨਹੀਂ ਪਤਾ ਔਰ ਗੱਲਾਂ ਕਰਦਾ ਵੀ ਪੰਜਾਬੀਅਤ ਦੀ। 22 ਜ਼ਿਲ੍ਹੇ ਆ। ਮੈਂ ਉਹੀ ਕਹਿ ਰਿਹਾ ਵੀ ਆਪਣਾ ਕਹਿੰਦੇ ਪੁਲਿਸ ਜ਼ਿਲ੍ਹੇ ਵੀ ਆ, ਆਪਣਾ ਕਹਿੰਦੇ ਪੁਲਿਸ ਜ਼ਿਲ੍ਹੇ ਲਾ ਲਓ ਕਿੰਨੇ ਆ। ਸਾਡੇ ਯੂਥ ਕਾਂਗਰਸ ਦੇ ਹਿਸਾਬ ਨਾਲ ਅਸੀਂ ਉਸ ਹਿਸਾਬ ਨਾਲ ਤੁਹਾਨੂੰ ਕਹਿੰਦੇ ਹਾਂ, ਤੁਸੀਂ DCਆਂ ਦੇ ਹਿਸਾਬ ਨਾਲ ਜ਼ਿਲ੍ਹੇ ਦੱਸ ਦਿਓ, ਅਸੀਂ ਆਪਣੇ ਯੂਥ ਕਾਂਗਰਸ ਦੇ ਹਿਸਾਬ ਨਾਲ ਜ਼ਿਲ੍ਹੇ ਦੱਸਦੇ ਹਾਂ। ਸਾਡੇ 28 ਜ਼ਿਲ੍ਹਾ ਪ੍ਰਧਾਨ ਆ। ਜੇ ਤੁਸੀਂ ਅਸੈਂਬਲੀ ਵਾਈਜ਼ ਵੀ ਲਾਓ, ਤੁਸੀਂ DC ਦੇ ਹਿਸਾਬ ਨਾਲ ਦੱਸਦੇ ਜੇ। ਆਪਣੀ ਇਨਫੋਰਮੇਸ਼ਨ ਦਰੁਸਤ ਕਰੋ। ਜੇ ਤੁਸੀਂ ਵਿਧਾਨ ਸਭਾ ਦੇ ਹਿਸਾਬ ਨਾਲ ਲਾਓ ਜਾਂ ਤੁਸੀਂ ਉਸ ਹਿਸਾਬ ਨਾਲ ਲਾਓ, ਜੇ ਅਸੀਂ ਜ਼ਿਲ੍ਹੇ ਲਾਣੇ ਹੋਣ ਤਾਂ ਉਹ ਸਾਡੇ 28 ਬਣ ਜਾਂਦੇ ਆ।
ਠੀਕ ਆ। ਤੁਸੀਂ ਡੀਸੀਆਂ ਦੇ ਜਿਵੇਂ ਲੁਧਿਆਣੇ ਤੇ ਖੰਨੇ ਨੂੰ ਤੁਸੀਂ 22 ਜ਼ਿਲ੍ਹਾ ਡੀਸੀਆਂ ਦੇ ਹਿਸਾਬ ਨਾਲ ਦੱਸ ਦਿਓ। ਪੰਜਾਬ ਦੇ ਜਿਹੜੇ ਜ਼ਿਲ੍ਹੇ ਬਣਨਗੇ ਉਹ ਉਸ ਹਿਸਾਬ ਨਾਲ ਬਣਨਗੇ ਜਿਵੇਂ ਆਪਣਾ ਕਹਿੰਦੇ ਇਲੈਕਸ਼ਨਾਂ ਦੇ ਹਿਸਾਬ ਨਾਲ ਅਸੀਂ ਦੱਸੀਦਾ ਵਾ। ਥੋੜ੍ਹੀ ਸੈਣੀ ਸਾਹਿਬ ਤੁਸੀਂ ਵੀ ਇਨਫੋਰਮੇਸ਼ਨ ਦਰੁਸਤ ਕਰ ਲਿਆ ਕਰੋ, ਕਈ ਵਾਰ ਇਹ ਹੁੰਦਾ ਪੁੱਠੀ ਵੀ ਪੈ ਜਾਂਦੀ ਹੁੰਦੀ। ਤੇ ਗੱਲ ਇਹ ਆ ਵੀ ਬਿਜਲੀ ਦੀ ਗੱਲ ਕੀਤੀ ਸੀਗੀ, ਬਿਜਲੀ ਦੇ ਸਮਝੌਤੇ ਜਿਹੜੇ ਕਹਿੰਦੇ ਸੀ ਅਕਾਲੀ ਦਲ ਨੇ ਕੀਤੇ ਹੋਏ ਲੋਕਾਂ ਤੇ ਵਾਧੂ ਬੋਝ ਪਿਆ, ਰੱਦ ਕਰਾਂਗੇ। ਅੱਜ ਤੱਕ ਨਹੀਂ ਰੱਦ ਕੀਤੇ ਗਏ। ਲੋਕਾਂ ਨੂੰ 10-10 ਰੁਪਏ ਜਿਹੜੀ ਹੈਗੀ ਆ ਘਰਾਂ ਦੇ ਵਿੱਚ ਬਿਜਲੀ ਮਿਲ ਰਹੀ ਆ। ਇੱਥੋਂ ਤੱਕ ਗਰੀਬਾਂ ਦੇ ਜਿਹੜੇ ਹੈਗੇ ਆ 25-25 30-30 ਹਜ਼ਾਰ ਬਿਜਲੀ ਦੇ ਬਿੱਲ ਆ ਰਹੇ ਤੇ ਮੀਟਰ ਪੁੱਟੇ ਜਾ ਰਹੇ ਉਹਨਾਂ ਦੇ। ਦੇਖੋ ਇਹ ਬੜਾ ਇੱਕ ਮੁੱਦਾ ਵਾ ਜਿਹਦੇ ਤੇ ਪਾਰਟੀ ਔਰ ਸਰਕਾਰ ਦੇ ਵਿੱਚ ਫਰਕ ਆ। ਪਾਰਟੀ ਵੱਲੋਂ ਇਹ ਕਲੀਅਰ ਕੱਟ ਗੱਲ ਆ, ਅਸੀਂ ਪਾਰਟੀ ਵੱਲੋਂ ਇਹ ਗੱਲ ਕਹਿ ਰਹੇ ਹਾਂ ਵੀ ਇੱਕ ਤਾਂ ਵਾਈਟ ਪੇਪਰ ਆਵੇ ਜਲਦੀ ਔਰ ਨਾਲ ਇਹ ਵੀ ਕਹਿ ਰਹੇ ਹਾਂ ਵੀ ਜਿਹੜੇ ਬਿਜਲੀ ਦੇ ਉਹ ਐਗਰੀਮੈਂਟ ਆ ਉਹ ਸਕ੍ਰੈਪ ਕੀਤੇ ਜਾਣ। ਕੈਪਟਨ ਸਾਹਿਬ ਵੀ ਇਸ ਪੱਖ ਦੇ ਵਿੱਚ ਹੈਗੇ ਆ, ਲੇਕਿਨ ਸਰਕਾਰੀ ਅਫਸਰਾਂ ਨੇ ਜਿਹੜੇ ਐਗਰੀਮੈਂਟ ਪੁਰਾਣੇ ਹੋਏ ਆ, ਕੰਟਰੈਕਟ ਹੋਏ ਆ, ਅਗਰ ਉਹ ਐਗਰੀਮੈਂਟ ਰੱਦ ਕਰਦੇ ਆ ਤੇ ਉਹ ਕੋਰਟ ਵਿੱਚ ਜਾ ਕੇ ਹਜ਼ਾਰਾਂ ਕਰੋੜਾਂ ਦਾ ਕਲੇਮ ਕਰ ਸਕਦੇ ਉੱਪਰ। ਇਹ ਗੱਲ ਪਹਿਲਾਂ ਨਹੀਂ ਸੀ ਪਤਾ ਜਦੋਂ ਵਾਅਦੇ ਕੀਤੇ ਸੀ? ਸ਼ਾਇਦ ਮੇਰੇ ਹਿਸਾਬ ਨਾਲ ਇਸ ਬਾਰੇ ਗਿਆਨ ਜਿਨ੍ਹਾਂ ਨੇ ਜਦੋਂ ਵਾਅਦੇ ਕੀਤੇ ਸੀ ਸ਼ਾਇਦ ਘੱਟ ਹੋ ਸਕਦਾ ਵਾ। ਜਦੋਂ ਆ ਕੇ ਐਗਰੀਮੈਂਟ ਪੜ੍ਹੇ ਗਏ, ਮੈਂ ਤਾਂ ਅੱਜ ਵੀ ਕਹਿੰਦਾ ਬਿਲਕੁਲ ਰੱਦ ਕਰ ਦੇਣੇ ਚਾਹੀਦੇ। ਅਸੀਂ ਤਾਂ ਆਪ ਵੀ ਕਹਿੰਦੇ ਆ ਜਾਂ ਉਹਨਾਂ ਨੂੰ ਟਾਈਟ ਕਰਨਾ ਚਾਹੀਦਾ ਜਾਂ ਉਹਨਾਂ ਤੋਂ ਜਿਹੜੇ ਪੈਸੇ ਆ ਉਹ ਜਿਹੜੇ ਜਿਸ ਰੇਟ ਦੇ ਉੱਤੇ ਬਿਜਲੀ ਬਿੱਲ ਦੇ ਰਹੇ ਆ ਉਹਨੂੰ ਘਟਾਉਣਾ ਚਾਹੀਦਾ। ਇਹ ਇੱਕ ਐਵਰ ਇਵੋਲਵਿੰਗ। ਲੇਕਿਨ ਫਿਰ ਮੈਂ ਤੁਹਾਨੂੰ ਕਹਿੰਦਾ ਇਹ ਐਗਰੀਮੈਂਟ ਕਿਹਨੇ ਕੀਤੇ? ਐਗਰੀਮੈਂਟ ਅਕਾਲੀ ਦਲ ਨੇ ਕੀਤੇ। ਐਗਰੀਮੈਂਟ ਅਕਾਲੀ ਦਲ ਨੇ ਇਹੋ ਜਿਹੇ ਕੀਤੇ ਵੀ ਜਿਹੜੇ ਆਉਣ ਵਾਲੇ ਸਮੇਂ 'ਚ ਤੁਸੀਂ ਇਸ ਗੱਲ ਨੂੰ ਸਮਝੋ, ਆਪਣੇ ਦਰਸ਼ਕਾਂ ਨੂੰ ਵੀ ਆਪਾਂ ਨੂੰ ਦੱਸਣਾ ਚਾਹੀਦਾ, ਕੰਟਰੈਕਟ ਜਿਹੜਾ ਵਾ ਉਹ ਅਕਾਲੀ ਦਲ ਔਰ ਅਗਲੀ ਪਾਰਟੀ 'ਚ ਨਹੀਂ ਹੋਇਆ, ਉਹ ਸਰਕਾਰ ਦਾ ਇੱਕ ਕੰਪਨੀ ਨਾਲ ਹੋਇਆ। ਕਾਂਗਰਸ ਆ ਜੇ, ਅਕਾਲੀ ਦਲ ਆ ਜੇ, ਉਹਨਾਂ ਨੂੰ ਉਹ ਕੰਟਰੈਕਟ ਬਾਰੇ ਉਹ ਬਾਈਂਡਿੰਗ ਹੁੰਦੀ ਆ ਸਰਕਾਰ ਦੇ ਉੱਤੇ। ਉਹਨੂੰ ਅਗਰ ਰੱਦ ਕਰਨਾ ਹੋਵੇ ਤਾਂ ਉਹਦੇ ਕੋਈ ਕੰਪਨਸੇਸ਼ਨ ਜਾਂ ਕੋਈ ਚੀਜ਼ਾਂ ਹੁੰਦੀਆਂ ਜਿਹੜੀਆਂ ਕਰਨੀਆਂ ਚਾਹੀਦੀਆਂ। ਠੀਕ ਆ ਤੁਹਾਡੀ ਗੱਲ, ਅਸੀਂ ਉਹਦੇ ਕਸੂਰਵਾਰ ਹਾਂ ਕਿਤੇ ਨਾ ਕਿਤੇ, ਸਾਡੀ ਕਮੀ ਪੇਸ਼ੀ ਹੈ ਇਹਦੇ ਵਿੱਚ ਵੀ ਅਗਰ ਅਸੀਂ ਉਹਨੂੰ ਚੀਜ਼ ਨੂੰ ਸਿਰੇ ਨਹੀਂ ਚੜ੍ਹਾ ਰਹੇ, ਲੇਕਿਨ ਉਹ ਚੀਜ਼ ਦਾ ਕੋਈ ਨਾ ਕੋਈ ਹੱਲ ਲੱਭਣਾ ਪੈਣਾ। ਅਗਰ ਉਹ ਕੰਟਰੈਕਟ ਆ ਕੇ ਕੋਈ ਵੀ ਕਹਦੇ ਮੈਂ ਰੱਦ ਕਰ ਦੂੰਗਾ, ਕੱਲ੍ਹ ਨੂੰ ਜਿਹੜੀ ਸਰਕਾਰ ਕੰਟਰੈਕਟ ਕਰ ਜਾਂਦੀ ਹੈ, ਜਿਵੇਂ 31,000 ਕਰੋੜ ਦਾ ਕਰਜ਼ਾ ਸਾਡੇ ਉੱਤੇ ਪਾ ਗਏ, ਅਸੀਂ ਚਾਹ ਕੇ ਨਾ ਚਾਹ ਕੇ ਵੀ ਅਸੀਂ ਉਸ ਕਰਜ਼ੇ ਨੂੰ, ਕਿਉਂਕਿ ਉਹ ਸਰਕਾਰ ਉੱਥੇ ਲਿਖਤ ਵਿੱਚ ਦੇ ਆਈ, ਇਹ ਅਕਾਲੀ ਦਲ ਦੀ ਸਰਕਾਰ ਜਾਂਦੇ ਹੋਏ 31,000 ਕਰੋੜ ਰੁਪਏ ਨੂੰ ਲਿਖਤ 'ਚ ਦੇ ਆਈ ਵੀ ਅਸੀਂ 31,000 ਕਰੋੜ ਦੇਵਾਂਗੇ, ਜਦ ਕਿ ਉਹਨਾਂ ਨੇ ਕਿਹਾ ਵੀ ਨਹੀਂ ਤੁਸੀਂ 16,000 ਕਰੋੜ ਰੁਪਏ ਦੇ ਦਿਓ, ਇਹਦੇ ਵਿੱਚ ਅਸੀਂ ਵੇਵ ਆਫ ਕਰ ਦਾਂਗੇ। ਲੇਕਿਨ ਇਹਨਾਂ ਨੇ ਕੰਟਰੈਕਟ ਕਰ ਲਿਆ। ਅੱਜ ਸਾਨੂੰ ਉਹ ਮਜਬੂਰੀ 'ਚ ਦੇਣਾ ਪੈ ਰਿਹਾ। ਸਾਨੂੰ ਪਤਾ ਵੀ ਦੇਖ ਕੇ ਉਹ ਕੀ ਕਹਿੰਦੇ ਅੱਖ ਚੱਬਣਾ, ਆਪਾਂ ਇੱਕ ਕਹਾਵਤ ਹੁੰਦੀ ਆ ਵੀ ਆਪਣਾ ਕਹਿੰਦੇ ਕੱਖ ਦੇਖ ਕੇ ਉਹ ਮਤਲਬ ਬੜਾ ਔਖਾ ਲੱਗਦਾ ਵਾ, ਲੇਕਿਨ ਕੀ ਕਰੀਏ ਆਪਾਂ, ਉਹ ਅਸੀਂ ਸਰਕਾਰ ਜਿਹੜੀ ਆ ਉਹ ਕੰਟਰੈਕਟ ਨਾਲ ਬਾਉਂਡ ਆ ਔਰ ਉਸ ਤੋਂ ਬਾਹਰ ਸਰਕਾਰ ਨਹੀਂ ਜਾ ਸਕਦੀ। ਜਾਊਗੀ ਤਾਂ ਉਹਦੇ ਇੰਪਲੀਕੇਸ਼ਨਸ ਹੋਣਗੇ ਜੋ ਕਿ ਸਟੇਟ ਦੇ ਉੱਤੇ ਫਿਰ ਦੁਬਾਰਾ ਖਰਚਾ ਪਊਗਾ। ਅੱਜ ਕਿੰਨਾ ਕਰਜ਼ਾ ਪੰਜਾਬ ਦੇ ਉੱਤੇ ਇਸ ਟਾਈਮ ਮੌਜੂਦਾ ਸਮੇਂ 'ਚ? ਜਦੋਂ ਪਿਛਲੀ ਸਰਕਾਰ ਸੀ ਮੇਰੇ ਹਿਸਾਬ ਨਾਲ ਤਕਰੀਬਨ 2 ਲੱਖ ਤੋਂ ਉੱਪਰ ਕਰਜ਼ਾ ਪੰਜਾਬ ਦੇ ਉੱਤੇ ਹੈਗਾ ਵਾ, ਜਿਹਦੇ ਵਿੱਚ ਮਤਲਬ ਕਈ ਜਗ੍ਹਾ ਜ਼ਮੀਨਾਂ ਗਿਰਵੀ ਆ, ਕਈ ਜਗ੍ਹਾ ਹੋਰ ਕਈ ਆ ਵਰਲਡ ਬੈਂਕ ਦੇ ਕਰਜ਼ੇ ਆ, ਕਈ ਉਹ। ਲੇਕਿਨ ਜਿਹੜਾ 31,000 ਕਰੋੜ ਦੀ ਮੈਂ ਤੁਹਾਡੇ ਨਾਲ ਗੱਲ ਕੀਤੀ ਆ ਨਾ, ਇਹ ਤਾਂ ਉਹ ਫਰੈਸ਼ ਕਰਜ਼ਾ ਸੀ ਜਿਹੜਾ ਸਰਕਾਰ ਦੇ ਉੱਤੇ ਵਾਧੂ ਦਾ ਇਹ ਬੋਝ ਪਾ ਗਏ ਔਰ ਅੱਜ ਉਹਦੀਆਂ ਕਿਸ਼ਤਾਂ ਵੀ ਦਿੱਤੀਆਂ, ਉਹਦਾ ਇੰਟਰਸਟ ਵੀ ਦਿੱਤਾ, ਜੋ ਕਿ ਪੈਸਾ ਡਿਵੈਲਪਮੈਂਟ ਵਾਸਤੇ ਯੂਜ਼ ਹੋ ਸਕਦਾ। ਡਿਵੈਲਪਮੈਂਟ ਵਾਸਤੇ ਅਗਰ ਸਹੀ ਮਾਇਨੇ 'ਚ ਅਗਰ ਹਰ ਸਾਲ ਕੁਛ, ਮੈਂ ਇਹ ਨਹੀਂ ਕਹਿੰਦਾ ਵੀ ਲੱਖਾਂ ਦੇ ਵਿੱਚ ਆਵੇ, ਲੇਕਿਨ ਰੈਵਨਿਊ ਦੇ ਹਿਸਾਬ ਨਾਲ ਅਗਰ ਇਹ ਪੈਸੇ ਨੂੰ ਅਸੀਂ ਕਿਸੇ ਤਰੀਕੇ ਵਧੀਆ ਜਨਰੇਟ ਕਰਦੇ, ਔਰ ਇਹਨਾਂ ਦੀ ਨਲਾਇਕੀਅਤ ਕਰਕੇ ਹੋਇਆ, ਇਹਨਾਂ ਦੀ ਗਲਤ ਸਰਕਾਰ ਦੀ ਨੀਤੀਆਂ ਕਰਕੇ ਹੋਇਆ। ਦੌਰਨ ਤੌਰ 'ਤੇ ਅਗਰ ਦਰਸ਼ਕਾਂ ਨੂੰ ਦੱਸਣਾ ਚਾਹੀਏ, ਸਰਕਾਰ ਪੰਜਾਬ ਸਟੇਟ ਦਾ ਜਿਹੜਾ ਕਰਜ਼ਾ ਵਾ ਉਹ ਆਪਣੇ ਸਾਰਿਆਂ ਦੇ ਸਿਰ ਆ। ਕਹਿਣਾ ਬਹੁਤ ਸੌਖਾ, ਫ੍ਰੀ ਦੇ ਦਿਓ, ਆਹ ਦੇ ਦਿਓ, ਆਹ ਦੇ ਦਿਓ, ਆਹ ਦੇ ਦਿਓ, ਲੇਕਿਨ ਉਹ ਕਰਜ਼ਾ ਕਿਤੇ ਨਾ ਕਿਤੇ ਕਿਸੇ ਦੀ ਜੇਬ 'ਚੋਂ ਆ ਕੇ ਉਹੀ ਲੋਕਾਂ ਨੂੰ ਦਿੱਤਾ ਜਾਂਦਾ ਵਾ। ਇਸੇ ਗੱਲ ਤੇ ਆਉਂਦਾ, ਮੈਂ ਤੁਸੀਂ ਗੱਲ ਕਿਹਾ ਕਿ ਸਾਡੇ ਲੋਕਾਂ ਦੇ ਬੋਝ ਹੈ, ਬਿਲਕੁਲ ਇਹਦੇ 'ਚ ਚਾਹੇ ਅਕਾਲੀ ਦਲ ਆ ਚਾਹੇ ਕਾਂਗਰਸ ਆ, ਇਹ ਕਿਤੇ ਨਾ ਕਿਤੇ ਆਪਣਾ ਵੋਟ ਬੈਂਕ ਜਿਹੜਾ ਹੈਗਾ ਵਧਾਉਣ ਦੇ ਲਈ ਫ੍ਰੀ ਦੀਆਂ ਸਕੀਮਾਂ ਦਿੰਦੇ ਆ ਪਹਿਲਾਂ ਚੋਣਾਂ ਤੋਂ ਪਹਿਲਾਂ, ਤੇ ਉਹੀ ਜਿਹੜਾ ਕਰਜ਼ਾ ਚੜ੍ਹਦਾ ਲੋਕਾਂ ਦੇ ਸਿਰ ਤੇ। ਤੇ ਹੁਣ ਫੇਰ ਜਿਸ ਤਰ੍ਹਾਂ ਤੁਸੀਂ ਵੀ ਦੇਖਿਆ ਲਗਾਤਾਰ ਜਿਹੜੀਆਂ ਹੈਗੀਆਂ ਫ੍ਰੀ ਦੇ ਉੱਤੇ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਬਜਾਏ ਉਹਨਾਂ ਨੂੰ ਇੱਕ ਫ੍ਰੀ ਦੀਆਂ ਸਕੀਮਾਂ ਦੇ ਕੇ ਜਿਹੜਾ ਹੈਗਾ ਵੋਟ ਬੈਂਕ ਖੜਾ ਕੀਤਾ ਜਾਂਦਾ ਸਿਆਸੀ ਪਾਰਟੀਆਂ ਵੱਲੋਂ। ਜਿਹੜੇ ਮਾਹਰ ਜਿਹੜੇ ਵਿੱਤੀ ਮਾਹਰ ਆ ਉਹਨਾਂ ਦਾ ਮੰਨਣਾ ਹੈ। ਤੁਸੀਂ ਕਿਵੇਂ ਦੇਖਦੇ ਹੋ ਲਗਾਤਾਰ ਲੋਕਾਂ ਨੂੰ ਫ੍ਰੀ ਦੀਆਂ ਸਕੀਮਾਂ ਦੇ ਕੇ ਵੋਟਾਂ ਜਿੱਤਣੀਆਂ ਚਾਹੀਦੀਆਂ ਜਾਂ ਲੋਕਾਂ ਨੂੰ ਰੋਜ਼ਗਾਰ ਦੇ ਕੇ ਉਹਨਾਂ ਦੇ ਪੈਰਾਂ 'ਤੇ ਖੜੇ ਕਰਨਾ ਚਾਹੀਦਾ? ਜਦੋਂ ਨਹੀਂ ਫ੍ਰੀ ਦਿੰਦੇ ਤੁਸੀਂ ਸਭ ਤੋਂ ਵੱਧ ਰੌਲਾ ਪਾਉਂਦੇ ਜੇ। ਤੁਸੀਂ ਨਹੀਂ ਕਹਿੰਦੇ ਸਾਰਾ ਕਰਜ਼ਾ ਨਹੀਂ ਮਾਫ਼ ਕੀਤਾ, ਤੁਸੀਂ ਕਹਿੰਦੇ ਹੋ ਸਮਾਰਟਫੋਨ ਨਹੀਂ ਦਿੱਤੇ, ਤੁਸੀਂ ਕਹਿੰਦੇ ਹੋ ਵੀ ਹੁਣ ਬਿਜਲੀ ਦੇ ਬਿੱਲ ਦੀ ਤੁਸੀਂ ਗੱਲ ਕਰ ਰਹੇ। ਅਸੀਂ ਵਾਅਦੇ ਨਹੀਂ ਸੀ ਕੀਤੇ, ਵਾਅਦੇ ਤੁਸੀਂ ਕੀਤੇ ਸੀ। ਮੈਂ ਉਹੀ ਕਹਿੰਦਾ ਅਸੀਂ ਵਾਅਦੇ ਕੀਤੇ ਆ, ਤੇ ਤੁਸੀਂ ਫਿਰ ਵੇਖ ਲਓ, ਤੁਸੀਂ ਬਿਜਲੀ ਦਾ ਵਾਲਾ ਹੁਣੇ ਤੁਸੀਂ ਗੱਲ ਕੀਤੀ ਵੀ ਬਿਜਲੀ ਦਾ ਬਿੱਲ ਜਿਹੜਾ ਵਾ ਇੰਨਾ ਜ਼ਿਆਦਾ ਆ ਗਿਆ, ਉਹ ਤੁਸੀਂ ਉਹ ਕਹਿ ਰਹੇ ਹੋ, ਲੋਕ ਕਹਿ ਰਹੇ ਆ। ਸੋ ਠੀਕ ਆ, ਜਿਹੜੇ ਤਾਂ ਵਾਅਦੇ ਯਾਦ ਕਰਵਾ ਰਹੇ ਤੁਹਾਨੂੰ ਕਿ ਵਾਅਦੇ ਜਿਹੜੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ। ਅਸੀਂ ਇਹ ਨਹੀਂ ਕਹਿ ਰਹੇ ਕਿ ਦਿਓ। ਮੈਂ ਤਾਂ ਤੁਹਾਨੂੰ ਉਹੀ ਕਹਿ ਰਿਹਾ, ਅਸੀਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਜੋ ਤੁਸੀਂ ਕਹਿ ਰਹੇ ਹੋ। ਸਟੇਟ ਦੇ ਫਾਈਨੈਂਸ਼ੀਅਲ ਹਾਲਾਤ ਦੇ ਹਿਸਾਬ ਨਾਲ
ਚੀਜ਼ਾਂ ਕਰਨੀਆਂ ਪੈਂਦੀਆਂ। ਲੇਕਿਨ ਉਹ ਇਕੱਲਾ ਸਾਡਾ ਫਰਜ਼ ਨਹੀਂ ਬਣਦਾ, ਲੋਕਾਂ ਨੂੰ ਵੀ ਅੱਜ ਦੇ ਸਮੇਂ 'ਚ ਸਮਾਜ ਦੇ ਵਿੱਚ ਅਗਰ ਮੈਂ ਕਹਾਂ, ਜਦੋਂ ਬੰਦਾ ਜੰਮਦਾ ਫ੍ਰੀ ਡਿਲੀਵਰੀ ਆ ਸਰਕਾਰੀ ਹਸਪਤਾਲਾਂ 'ਚ, ਉਸ ਤੋਂ ਬਾਅਦ ਪੜ੍ਹਾਈ ਦਾ ਬੱਚੇ ਦਾ ਖਰਚਾ ਫ੍ਰੀ ਪੜ੍ਹਾਈ ਆ ਸਕੂਲਾਂ ਦੇ ਵਿੱਚ, ਉਸ ਤੋਂ ਬਾਅਦ ਤੁਸੀਂ ਅੱਗੇ ਜਾਓਗੇ ਸ਼ਗਨ ਸਕੀਮ ਆ, ਅਗਰ ਕਿਸੇ ਦਾ ਵਿਆਹ ਕਰਨਾ ਹੋਵੇ ਟਰਾਂਸਪੋਰਟ ਫ੍ਰੀ ਆ, ਰਾਸ਼ਨ ਫ੍ਰੀ ਆ। ਸੋ ਇਹ ਫ੍ਰੀ ਇੱਕ, ਕਿਉਂਕਿ ਸਟੇਟ ਦੇ ਜੋ ਹਾਲਾਤ ਰਹੇ ਆ ਇੰਨੇ ਸਾਲਾਂ ਤੋਂ, ਅਗਰ ਲੋਕੀ ਗਰੀਬੀ ਦਰ ਤੋਂ ਥੱਲੇ ਆ, ਮੇਰੇ ਹਿਸਾਬ ਨਾਲ ਜਿਹੜੇ ਇਕਨੋਮਿਕਲੀ ਬੈਕਵਰਡ ਲੋਕ ਆ, ਜਿਹੜੀ ਸਕੀਮਾਂ ਹੋਣੀਆਂ ਚਾਹੀਦੀਆਂ, ਮੇਰੀ ਨਿੱਜੀ ਰਾਏ ਆ, ਲੇਕਿਨ ਮੈਂ ਸਰਕਾਰ ਦੇ ਵਿੱਚ ਹਿੱਸਾ ਨਹੀਂ ਆ, ਮੈਂ ਇੰਨੀ ਉੱਚੇ ਅਹੁਦੇ 'ਤੇ ਨਹੀਂ ਆ, ਲੇਕਿਨ ਇਕਨੋਮਿਕਲੀ ਬੈਕਵਰਡ ਬੰਦਿਆਂ ਵਾਸਤੇ ਫ੍ਰੀ ਦੀ ਸੁਵਿਧਾ ਜ਼ਰੂਰ ਹੋਣੀ ਚਾਹੀਦੀ ਆ। ਬੜਾ ਦੁੱਖ ਹੁੰਦਾ, ਮੈਂ ਵੇਖਿਆ ਹੀ ਆ, ਤੁਸੀਂ ਰੋਪੜ 'ਚ ਵੀ ਵੇਖਿਆ, ਕਈ ਜਿਨ੍ਹਾਂ ਕੋਲ ਗੱਡੀਆਂ ਮਹਿਲ ਖੜ੍ਹੇ ਆ, ਉਹ ਆਪਣਾ ਕੀ ਕਹਿੰਦੇ ਨੀਲੇ ਕਾਰਡ ਬਣਾਈ ਫਿਰਦੇ ਆ। ਜਿਨ੍ਹਾਂ ਕੋਲ ਪੈਸੇ ਦੇਣ ਦੀ ਸ਼ਮਤਾ ਵਾ, ਉਹ ਸਬਸਿਡੀਆਂ ਲਈ ਫਿਰਦੇ ਆ। ਇਹ ਤਾਂ ਫਿਰ ਸਮਾਜਿਕ ਤੌਰ ਦੇ ਉੱਤੇ ਵੱਡਾ ਸਵਾਲ ਆ। ਹੁਣ ਇਹਦੇ ਬਾਰੇ ਅੱਜ ਸ਼ਾਇਦ ਮੈਂ ਉਸ ਪ੍ਰਥਾ 'ਚ ਨਹੀਂ, ਲੇਕਿਨ ਮੈਂ ਨੌਜਵਾਨਾਂ ਤੋਂ ਇਹ ਅਪੀਲ ਜ਼ਰੂਰ ਕਰਦਾ, ਜਿਵੇਂ ਤੁਸੀਂ ਕਿਹਾ ਬਿਲਕੁਲ ਠੀਕ ਹੈ ਤੁਹਾਡੀ ਗੱਲ, ਵੀ ਸਰਕਾਰ ਨੂੰ ਰੁਜ਼ਗਾਰ ਦੇਣ ਦੇ ਸਾਧਨ ਔਰ ਰੁਜ਼ਗਾਰ ਪੈਦਾ ਕਰਨਾ ਬਹੁਤ ਇੰਪੋਰਟੈਂਟ ਆ, ਰਾਦਰ ਦੈਨ ਵੀ ਆਪਾਂ ਇਹ ਫ੍ਰੀ ਸਬਸਿਡੀਆਂ ਦੇ ਵਿੱਚ। ਕਰਜ਼ਾ ਮਾਫੀ ਦੀ ਗੱਲ ਕੀਤੀ ਤੁਸੀਂ, ਕਹਿੰਦੇ ਆਉਂਦੇ ਸਾਰ ਕਰਜ਼ਾ ਮਾਫ ਕੀਤਾ ਸੀ, ਉਸ ਤੋਂ ਬਾਵਜੂਦ ਜਿਹੜੇ ਹੈਗੇ ਹਜ਼ਾਰਾਂ ਕਿਸਾਨਾਂ ਨੇ ਆਤਮ ਹੱਤਿਆ ਕੀਤੀ ਹੈ ਕਰਜ਼ੇ ਦੇ ਕਾਰਨ। ਕਿਵੇਂ ਦੇਖਦੇ ਉਹਨਾਂ ਨੂੰ? ਮਾੜਾ ਕੰਮ ਆ ਜੀ। ਦੇਖੋ, ਮੈਂ ਤਾਂ ਇਹ ਕਹੂੰਗਾ, ਉਸ ਕਰਜ਼ੇ ਦੇ ਨਾਲ, ਕਰਜ਼ਾ ਮਾਫ ਕਰਨ ਨਾਲ ਖੇਤੀ ਦੇ ਵਿੱਚ ਸੁਧਾਰ ਨਹੀਂ ਹੋ ਜਾਂਦਾ। ਖੇਤੀ 'ਚ ਅਗਰ ਸੁਧਾਰ ਲਿਆਉਣਾ ਵਾ, ਭਾਵੇਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਆ, ਭਾਵੇਂ ਸੈਂਟਰ ਦੀਆਂ ਸਕੀਮਾਂ ਵਾ, ਉਹ ਖੇਤੀ ਨੂੰ ਜਦ ਤੱਕ ਤੁਸੀਂ ਉਹਦੀ ਕੋਸਟ ਪ੍ਰੋਡਕਸ਼ਨ ਦੀ ਔਰ ਉਹਨਾਂ ਦੀ ਜਿਹੜੀ ਉਹ ਐਂਡ ਪ੍ਰੋਡਕਟ ਹੈਗਾ ਵਾ, ਉਹਦੇ ਵਿੱਚ ਤੁਸੀਂ ਉਹ ਫਰਕ ਨਹੀਂ ਪੈਦਾ ਕਰਦੇ ਹੋ, ਭਾਵੇਂ ਸੈਂਟਰ ਦੀ ਸਰਕਾਰ ਜਿਹਦੀ ਮਰਜ਼ੀ ਰਹੀ ਹੋਵੇ। ਐਗਰੀਕਲਚਰ ਇੱਕ ਸੈਕਟਰ ਆ ਜਿੱਥੇ ਰਿਫੋਰਮਸ ਦੀ ਸਭ ਤੋਂ ਵੱਧ ਲੋੜ ਆ, ਲੇਕਿਨ ਮਾੜੀ ਕਿਸਮਤ ਇਹ ਕਹਿ ਲਓ ਵੀ ਰਿਫੋਰਮ ਇਹੋ ਜਿਹੇ ਲਿਆਏ ਜਿਨ੍ਹਾਂ ਨੇ ਇਹਨਾਂ ਨੇ ਫਿਰ ਪੂੰਜੀਪਤੀਆਂ ਨੂੰ ਹੀ ਰਜਾ ਦਿੱਤਾ। ਸੋ ਇਹਦੇ ਵਿੱਚ ਕਮੀ ਪੇਸ਼ੀ ਸਾਰੇ ਸਿਸਟਮ ਦੀ ਆ, ਸਾਰੀ ਸਰਕਾਰਾਂ ਦੀਆਂ ਵੀ ਆ, ਹਰੇਕ ਦੀ ਆ। ਲੇਕਿਨ ਐਗਰੀਕਲਚਰ ਸੈਕਟਰ ਨੂੰ ਸਮਝਣ ਵਾਸਤੇ ਔਰ ਐਗਰੀਕਲਚਰ ਸੈਕਟਰ ਦੇ ਉੱਤੇ ਰਿਫੋਰਮਸ ਲੈ ਕੇ ਆਉਣ ਦੀ ਲੋੜ ਆ। ਔਰ ਅੱਜ ਵਾਇਬਿਲਟੀ ਬਣਾਉਣੀ ਬਹੁਤ ਜ਼ਰੂਰੀ ਹੈ ਐਗਰੀਕਲਚਰ ਦੀ। ਅੱਜ ਕੋਈ ਵੀ ਮਾਂ ਪੁੱਤ ਇਹ ਨਹੀਂ ਚਾਹੁੰਦੇ ਵੀ ਪੁੱਤ ਜਾ ਕੇ ਕਿਸਾਨ ਬਣ ਜਾ। ਉਹ ਪੜ੍ਹਾਉਣਗੇ, ਲਿਖਾਉਣਗੇ, ਡਾਕਟਰੇਟ ਕਰਾਉਣਗੇ, ਇੰਜੀਨੀਅਰ ਬਣਾਉਣਗੇ, ਸਿਵਲ ਸਰਵਿਸਿਜ਼ 'ਚ ਭੇਜਣਗੇ, ਕਿਉਂਕਿ ਐਗਰੀਕਲਚਰ ਦੀ ਵਾਇਬਿਲਟੀ ਨਹੀਂ ਹੈਗੀ। ਹਾਲਾਂਕਿ ਮਿਹਨਤ ਕਿੰਨੀ ਲੱਗਦੀ ਆ, ਕਿੰਨਾ ਖੂਨ ਪਸੀਨਾ ਇੱਕ ਕਰਨਾ ਪੈਂਦਾ ਵਾ, ਲੇਕਿਨ ਵਾਇਬਿਲਟੀ ਅੱਜ ਦੇ ਸਮੇਂ 'ਚ ਐਗਰੀਕਲਚਰ ਦੀ ਨਹੀਂ ਹੈਗੀ। ਨਹੀਂ ਤਾਂ ਹੀ ਅਗਰ ਆਪਾਂ ਕੋਰਸਿਸ ਵੀ ਵੇਖੀਏ, BSc ਐਗਰੀਕਲਚਰ, MSc ਐਗਰੀਕਲਚਰ ਯੂਨੀਵਰਸਿਟੀ ਵੀ ਉੱਥੇ ਹੈਗੀ ਆ, ਉੱਥੇ ਵੀ ਉਸ ਲੈਵਲ ਦੇ ਬੱਚੇ ਨਹੀਂ ਪਹੁੰਚ ਸਕਦੇ। ਘਰ ਘਰ ਰੋਜ਼ਗਾਰ ਦੇਣ ਦੀ ਗੱਲ ਕੀਤੀ ਸੀ, ਜਿਨ੍ਹਾਂ ਨੇ ਫਾਰਮ ਭਰਵਾਏ ਸੀ ਤੁਸੀਂ, ਉਹਨਾਂ ਦੀਆਂ ਉਮਰਾਂ ਵੀ ਕ੍ਰਾਸ ਕਰ ਚੁੱਕੀਆਂ, ਹੁਣ ਉਹ ਵਿਚਾਰੇ ਭਰ ਨਹੀਂ ਸਕਦੇ। ਕਿਵੇਂ ਉਹ ਲਗਾਤਾਰ ਸਰਕਾਰ 'ਤੇ ਕਹਿ ਰਹੇ ਕਿ ਸਰਕਾਰ ਨੇ ਧੋਖਾ ਕੀਤਾ ਸਾਡੇ ਨਾਲ। ਭਾਜੀ, ਤੰਜ ਕੱਸਣੇ ਤਾਂ ਬਹੁਤ ਸੌਖੇ ਆ, ਤੁਸੀਂ ਕੱਸੀ ਚਲੋ, ਜਿੰਨੇ ਮਰਜ਼ੀ ਕੱਸ ਲਓ, ਸਾਡੇ ਤੋਂ ਕਸਾ ਲਓ। ਜਿੰਨੀ ਸੱਚਾਈ ਹੈ, ਸੱਚਾਈ ਨਹੀਂ ਹੈ ਨਾ ਭਾਜੀ। ਤੁਸੀਂ ਇਹ ਵੀ ਵੇਖੋ ਨਾ, ਕਰੋਨਾ ਆਇਆ ਸਾਲ, ਵੱਡੇ ਦੁਨੀਆ ਦੇ ਵਿੱਚ ਕਿੰਨੀਆਂ ਨੌਕਰੀਆਂ ਥੱਲੇ ਗਈਆਂ। ਵਿੱਤੀ ਹਾਲਾਤ ਦੇ ਹਿਸਾਬ ਨਾਲ ਅੱਜ 1 ਲੱਖ ਨੌਕਰੀ ਦੇ ਰਿਹਾ ਪੰਜਾਬ ਸਰਕਾਰ। ਪਿਛਲੀਆਂ ਸਰਕਾਰਾਂ ਦੇ ਹਿਸਾਬ ਨਾਲ ਵੇਖ ਲਓ, ਸਰਕਾਰੀ ਨੌਕਰੀਆਂ ਦੀ ਗੱਲ ਕਰਦਾ, ਕਿੰਨੀਆਂ ਖਾਲੀ ਪੋਸਟਾਂ ਭਰੀਆਂ ਜਾ ਰਹੀਆਂ। ਠੀਕ ਆ, ਕਿਤੇ ਅਬੋਲਿਸ਼ ਵੀ ਹੋ ਰਹੀਆਂ। ਕਹਿਣਾ ਬਹੁਤ ਸੌਖਾ ਵਾ ਵੀ ਆਪਣਾ ਕੀ ਕਹਿੰਦੇ, ਜਦੋਂ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ 'ਚ 26 ਨੌਕਰੀਆਂ ਇੱਕ ਸਾਲ ਦਿੱਤੀਆਂ, 51 ਅਗਲੇ ਸਾਲ ਦਿੱਤੀਆਂ, 100 ਅਗਲੇ ਸਾਲ ਦਿੱਤੀਆਂ। ਇੱਥੇ ਆ ਕੇ ਬਹੁਤ ਕਹਿੰਦੇ ਆ ਰੁਜ਼ਗਾਰ ਦਿਓ। ਇਹ ਦੱਸਣ ਦਿੱਲੀ 'ਚ ਕਿੰਨਾ ਰੁਜ਼ਗਾਰ ਦਿੱਤਾ। ਹਿੰਦੁਸਤਾਨ ਦੇ ਵਿੱਚ ਇਹ ਗੱਲਾਂ ਕਰਦੇ, ਅਕਾਲੀ ਦਲ ਕਹਿੰਦਾ ਰੁਜ਼ਗਾਰ ਦਿਓ। ਠੀਕ ਆ, ਅਸੀਂ ਗੱਲ ਕਰ ਰਹੇ, ਅਸੀਂ ਅੱਜ ਉਪਰਾਲੇ ਤਾਂ ਕੀਤੇ, ਰੁਜ਼ਗਾਰ ਮੇਲੇ ਤਾਂ ਲਾਏ। ਤੁਸੀਂ ਉਹਦੇ ਵਿੱਚ ਕਮੀਆਂ ਪੇਸ਼ੀਆਂ ਕੱਢ ਰਹੇ ਹੋ, ਕੋਈ ਹਰਜ ਨਹੀਂ, ਕੱਢਣੀਆਂ ਚਾਹੀਦੀਆਂ, ਉਹਨੂੰ ਹੋਰ ਬੈਟਰ ਕਰ ਸਕਦੇ ਹਾਂ। ਲੇਕਿਨ ਅੱਜ ਤੱਕ ਕਿਸੇ ਸਰਕਾਰ ਨੇ ਰੁਜ਼ਗਾਰ ਦੇ ਉੱਤੇ ਫੋਕਸ ਕੀਤਾ ਸੀ? ਅੱਜ ਤੱਕ ਕਿਸੇ ਸਰਕਾਰ ਨੇ ਆਪਣਾ ਰੁਜ਼ਗਾਰ ਵਾਲੇ ਪਾਸੇ ਨੂੰ ਸੋਚਿਆ ਸੀਗਾ? ਕਮੀਆਂ ਅੱਗੇ ਵੀ ਰਹਿ ਜਾਣਗੀਆਂ, ਕਮੀਆਂ ਦੀ ਕੋਈ ਗੱਲ ਨਹੀਂ ਆ, ਲੇਕਿਨ ਤੁਸੀਂ ਸਰਕਾਰ ਦੀ ਨੀਅਤ ਵੇਖੋ। ਇਨਵੈਸਟਮੈਂਟ 60,000 ਕਰੋੜ ਰੁਪਏ ਦੀ ਰਿਸੀਵਡ ਇਨਵੈਸਟਮੈਂਟ ਆ ਪੰਜਾਬ ਦੇ ਕੋਲ, ਜਿਹੜੀ ਔਨ ਪੇਪਰ ਨਹੀਂ, ਮਤਲਬ ਮੈਂ ਇਹ ਨਹੀਂ ਕਹਿ ਰਿਹਾ ਵੀ ਸਿਰਫ MOU ਸਾਈਨ ਹੋ ਚੁੱਕੇ ਆ। ਉਹ ਪੈਸਾ ਸਰਕਾਰ ਨੇ 60,000 ਕਰੋੜ ਰੁਪਏ ਇਨਵੈਸਟ ਹੋ ਚੁੱਕਾ ਵਾ। ਉਹਦਾ ਰਿਜ਼ਲਟ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਦਿਖੂਗਾ। ਸੋ ਉਦੋਂ ਰੁਜ਼ਗਾਰ ਪੈਦਾ ਹੋਣਗੇ। ਰੁਜ਼ਗਾਰ ਕਿਵੇਂ ਪੈਦਾ ਹੋ ਸਕਦੇ? ਰੁਜ਼ਗਾਰ 2 ਤਰੀਕਿਆਂ ਨਾਲ ਪੈਦਾ ਹੋਣਗੇ, ਜਾਂ ਤਾਂ ਪ੍ਰਾਈਵੇਟ ਇਨਵੈਸਟਮੈਂਟ ਆਵੇ, ਜਾਂ ਸਰਕਾਰ ਦੇ ਕੋਲ ਇੰਨਾ ਪੈਸਾ ਹੋਵੇ ਸਰਕਾਰੀ ਨੌਕਰੀਆਂ ਦੇ ਸਕੇ। ਆਪਣੀ ਜ਼ਰੂਰਤ ਦੇ ਹਿਸਾਬ ਨਾਲ ਸਰਕਾਰ ਨੇ ਬਹੁਤ ਸਰਕਾਰੀ ਨੌਕਰੀਆਂ, ਲੱਖ ਨੌਕਰੀ ਘੱਟ ਨਹੀਂ ਹੁੰਦੀ। ਔਰ ਉਸੇ ਤਰੀਕੇ ਪ੍ਰਾਈਵੇਟ ਇਨਵੈਸਟਮੈਂਟ, ਅਕਾਲੀ ਅੱਜ ਦੇ ਸਮੇਂ ਜੋ ਹਾਲਾਤ ਆ, ਅੱਜ ਵੈਸੇ ਇਨਵੈਸਟਰ ਡਰ ਵੀ ਰਿਹਾ ਕਿਉਂਕਿ ਪੰਜਾਬ ਦਾ ਮਾਹੌਲ ਬੜਾ ਤਣਾਅਪੂਰਨ ਆ, ਲੇਕਿਨ ਇਹਦਾ ਵੀ ਫਰਕ ਕਿਤੇ ਨਾ ਕਿਤੇ ਪੈਂਦਾ ਵਾ ਇਕੋਨਮੀ ਦੇ ਉੱਤੇ, ਬਿਜ਼ਨਸ ਦੇ ਉੱਤੇ। ਕੋਈ ਬੰਦਾ ਆ ਕੇ ਇੱਥੇ ਅਗਰ ਇਨਵੈਸਟ ਨਹੀਂ ਕਰੂਗਾ ਤੇ ਤਾਂ ਕਰਕੇ ਰੁਜ਼ਗਾਰ ਨਹੀਂ ਆਊਗਾ। ਸੋ ਮੈਂ ਅਖੀਰਲੀ ਗੱਲ ਇੰਨੀ ਕੁ ਜ਼ਰੂਰ ਕਹੂੰਗਾ ਵੀ ਐਵੇਂ ਤੰਜ ਕੱਸਣੇ ਔਰ ਕਹਿ ਦੇਣਾ ਵੀ ਹਾਂ
ਹਾਲਾਤਾਂ ਦੇ ਵਿੱਚ ਜੋ ਹਾਲਾਤ ਸੀਗੇ, ਜੋ ਵਿੱਤੀ ਹਾਲਾਤ ਸੀ, ਉਹਦੇ ਵਿੱਚ ਜਿਹੋ ਜਿਹਾ ਸਰਕਾਰ ਨੇ ਕੰਮ ਕੀਤਾ ਵਾ, ਮੇਰੇ ਹਿਸਾਬ ਨਾਲ ਬਹੁਤ ਵਧੀਆ ਕੰਮ ਕੀਤਾ। ਤੁਸੀਂ ਲੱਖ ਨੌਕਰੀ ਦੀ ਗੱਲ ਕੀਤੀ ਹੈ, ਪਰ ਕਈ ਲੱਖ ਜਿਹੜੇ ਹੈਗੇ ਬੇਰੁਜ਼ਗਾਰ ਨੌਜਵਾਨ, ਜਦ ਕਿ ਵਾਅਦਾ ਕੀਤਾ ਸੀ ਘਰ ਘਰ ਰੋਜ਼ਗਾਰ ਦੇਣ ਦੀ ਗੱਲ ਕੀਤੀ। ਬਿਲਕੁਲ ਤੁਹਾਡੀ ਗੱਲ ਠੀਕ ਆ। ਅੱਜ ਦੇ ਸਮੇਂ 'ਚ ਇੱਕ ਹੋਰ ਬੜੀ ਤਰਾਸ਼ਦੀ ਹੋ ਰਹੀ ਆ। ਦੇਖੋ ਪੰਜਾਬ ਦੇ ਵਿੱਚ ਜਿਹੜੀ ਅਨਇੰਪਲੋਇਮੈਂਟ ਰੇਟ ਆ, ਮੈਂ ਕਈ ਮੇਰੇ ਕੋਲ ਨੌਜਵਾਨ ਆਪਣਾ ਰਿਜ਼ਿਊਮੇ ਲੈ ਕੇ ਆਉਂਦੇ ਆ ਵੀ ਸਾਨੂੰ ਨੌਕਰੀ ਦਿਓ। ਮੈਕਸੀਮਮ ਲੋਕ ਇਸੇ ਕਰਤੇ ਆਉਂਦੇ ਆ, ਹਰ ਕੋਈ ਵਰਕਰ ਇਹ ਚਾਹੁੰਦਾ ਮੈਨੂੰ ਨੌਕਰੀ ਦਿਓ। ਮੈਂ ਉਹ ਤੋਂ ਜਦੋਂ ਕਿਤੇ ਪੁੱਛਦਾ ਵਾਂ ਵੀ ਨੌਕਰੀ ਕਿੱਥੇ ਕਰ ਰਹੇ ਹੋ, ਕੋਈ ਬੱਦੀ ਕਰ ਰਿਹਾ ਹੁੰਦਾ, ਕੋਈ ਨਾਲਾਗੜ੍ਹ ਕਰ ਰਿਹਾ ਹੁੰਦਾ, ਕੋਈ ਸ਼ਾਇਦ ਰੋਪੜ ਵੀ ਕਰ ਰਿਹਾ ਹੁੰਦਾ। ਹਰ ਬੰਦਾ ਕਿਤੇ ਨਾ ਕਿਤੇ ਕੋਈ ਕੰਮ ਜ਼ਰੂਰ ਕਰ ਰਿਹਾ। ਆਪਾਂ ਪੰਜਾਬ ਵਿੱਚ ਜੋ ਅਨਇੰਪਲੋਇਮੈਂਟ ਦਾ ਰੇਟ ਆ, ਲੋਕ ਬਾਹਰ ਵੀ ਜਾ ਰਹੇ ਆ, ਬ੍ਰੇਨ ਡਰੇਨ ਵੀ ਆ। ਜਦੋਂ ਬੱਚਾ ਪੜ੍ਹ ਲਿਖ ਕੇ ਇੱਥੋਂ ਬਾਹਰ ਜਾਊਗਾ ਤਾਂ ਨੁਕਸਾਨ ਪੰਜਾਬ ਸਟੇਟ ਨੂੰ ਹੋਊਗਾ। ਲੇਕਿਨ ਜਦੋਂ ਉਹ ਨੌਕਰੀ ਕਿਤੇ ਕਰ ਰਿਹਾ ਹੁੰਦਾ, ਉਹ ਕਹਿੰਦਾ ਮੈਨੂੰ ਬਿਹਤਰ ਨੌਕਰੀ ਦਿਓ। ਅੱਧੇ ਲੋਕ ਸਰਕਾਰੀ ਨੌਕਰੀ ਚਾਹੁੰਦੇ ਆ, ਅੱਧੇ ਲੋਕ ਇਹ ਚਾਹੁੰਦੇ ਜੇ ਮੈਂ 10,000 'ਤੇ ਕੰਮ ਕਰ ਰਿਹਾ ਮੈਨੂੰ 20,000 'ਤੇ ਦਿਓ। ਕੋਈ ਜਿਹੜਾ 20,000 'ਤੇ ਕਰ ਰਿਹਾ ਉਹ ਕਹਿੰਦਾ ਮੈਨੂੰ 40,000 'ਤੇ ਦਿਓ। ਲੇਕਿਨ ਹਾਂ, ਕਮੀ ਪੇਸ਼ੀ ਜ਼ਰੂਰ ਹੈਗੀ ਆ। ਅੱਜ ਦੇ ਇਕੋਨਮੀ ਦੇ ਬੁਰਾ ਹਾਲ ਆ। ਹਿੰਦੁਸਤਾਨ ਦੀ ਦਰ 45% ਆ। 45 ਸਾਲਾਂ ਦੇ ਵਿੱਚ, 45% ਨਹੀਂ, 45 ਸਾਲਾਂ ਦੇ ਵਿੱਚ ਇੰਨੀ ਜ਼ਿਆਦਾ ਅਨਇੰਪਲੋਇਮੈਂਟ ਨਹੀਂ ਹੋਈ, ਕਿਉਂਕਿ ਹਿੰਦੁਸਤਾਨ ਦੀ ਇਕੋਨਮੀ ਕਲੈਪਸ ਕੀਤੀ ਆ। ਉਹਦਾ ਅਸਰ ਕਿਤੇ ਨਾ ਕਿਤੇ ਪੰਜਾਬ 'ਚ ਵੀ ਪਊਗਾ। ਪੰਜਾਬ ਇੱਕ ਛੋਟਾ ਸੂਬਾ ਵਾ, ਜਦ ਤੱਕ ਇਕੋਨਮੀ ਨਹੀਂ ਤਗੜੀ ਹੋਊਗੀ ਉਦ ਤੱਕ ਨੌਕਰੀਆਂ ਨਹੀਂ ਆਉਣਗੀਆਂ। ਇਹ ਬੇਸਿਕ ਪ੍ਰਿੰਸੀਪਲ ਆ। ਇਕੋਨਮੀ ਤਗੜੀ ਹੋਣ ਵਾਸਤੇ ਸਾਨੂੰ ਵੀ ਕੌੜੇ ਘੁੱਟ ਪੀਣੇ ਪੈਣਗੇ, ਸਬਸਿਡੀਆਂ ਵੀ ਬੰਦ ਹੋ ਸਕਦੀਆਂ ਵਾ, ਔਰ ਇਹ ਚੀਜ਼ਾਂ ਦੇ ਨਾਲ ਹੀ ਫਿਰ ਹੀ ਸਟੇਟ ਖੜੀ ਹੋਊਗੀ ਆਪਣੀ ਇਕੋਨਮੀ 'ਤੇ, ਫਿਰ ਨੌਕਰੀਆਂ ਮਿਲਣਗੀਆਂ। ਬਿਲਕੁਲ ਤੁਹਾਡੀ ਗੱਲ ਸਹੀ ਆ। ਨੌਕਰੀਆਂ ਜਿਹੜੇ ਲੋਕ ETT ਟੀਚਰਾਂ ਨਾਲ ਮੇਰੀ ਸਹਾਨੂਭੂਤੀ ਆ, ਉਹਨਾਂ ਨੂੰ ਬੜੀ ਦੇਰ ਸਮੇਂ ਤੋਂ ਪ੍ਰੋਟੈਸਟ ਕਰ ਰਹੇ ਆ, ਧੱਕੇਸ਼ਾਹੀ ਹੋ ਰਹੀ ਆ, ਸਾਰਾ ਕੁਛ ਠੀਕ ਹੈ। ਮੈਂ ਨੌਜਵਾਨਾਂ ਦੀ ਗੱਲ ਇਸ ਕਰਕੇ ਜ਼ਿਆਦਾ ਲੰਮੀ ਕਰ ਜਾਂਦਾ ਕਿਉਂਕਿ ਨੌਕਰੀਆਂ ਹੀ ਸਾਡਾ ਨੌਜਵਾਨਾਂ ਦਾ ਸਭ ਤੋਂ ਵੱਡਾ ਮੁੱਦਾ ਵਾ। ਲੇਕਿਨ ਨੌਕਰੀਆਂ ਉਹ ਪੈਦਾ ਕਿਵੇਂ ਹੋਣੀਆਂ, ਇਹ ਬੜਾ ਵੱਡਾ ਆਪਣੇ ਵਾਸਤੇ ਐਗਜ਼ਾਮਪਲ ਹੋਣਾ ਚਾਹੀਦਾ। ਲੋਕਾਂ ਨੂੰ ਇਹਦੀ ਵੀ ਸਮਝ ਹੋਣੀ ਚਾਹੀਦੀ ਆ। ਅਗਰ ਸਟੇਟ ਦੀ ਤਨਖਾਹ ਦੇਣ ਦੀ ਕਪੈਸਿਟੀ ਨਾ ਹੋਵੇ, ਉਹ ਹੋਰ ਨੌਕਰੀਆਂ ਕਿੱਥੋਂ ਪੈਦਾ ਕਰ ਲੂਗੀ। ਸੋ ਇਸ ਕਰਕੇ ਇਹ ਵੀ ਮੁਸ਼ਕਲਾਂ ਔਰ ਸਮੀਕਰਨ ਹੈਗੇ ਆ ਜਿਹਦੇ ਬਾਰੇ ਆਪਾਂ ਨੂੰ ਸੋਚਣਾ ਚਾਹੀਦਾ। ਤੇ ਬੇਰੁਜ਼ਗਾਰ ਨੌਜਵਾਨ ਜਿਹੜੇ ਹੁਣ ਮਿੰਨਤਾਂ ਕਰ ਰਹੇ ਸਰਕਾਰ ਦੀ, ਕਹਿੰਦੇ ਘੱਟੋ ਘੱਟ ਨੌਕਰੀ ਨਹੀਂ ਦੇਣੀ, ਜਿਹੜਾ 2500 ਰੁਪਏ ਭੱਤਾ ਦੇਣ ਦੀ ਗੱਲ ਕੀਤੀ ਸੀ ਉਹ ਤਾਂ ਦੇ ਦਿਓ ਯਾਰ। ਠੀਕ ਆ ਤੁਹਾਡੀ ਗੱਲ, ਦੇਣਾ ਚਾਹੀਦਾ ਵਾ। ਫਿਰ ਉਹੀ ਗੱਲ ਆ ਜਾਊਗੀ, ਮੈਂ ਕਹੂੰਗਾ ਵੀ ਅਗਰ ਆਪਾਂ ਸਬਸਿਡੀਆਂ ਔਰ ਇਹ ਚੀਜ਼ਾਂ ਦੇ ਬਾਰੇ, ਸਭ ਤੋਂ ਵੱਧ ਲੋੜ ਕਿਹਦੀ ਅੱਜ ਨੌਜਵਾਨਾਂ ਨੂੰ? ਅੱਜ ਸਭ ਤੋਂ ਵੱਧ ਲੋੜ ਗਰੀਬ ਵਰਗ ਨੂੰ ਰਾਸ਼ਨ ਦੀ ਆ, ਕਿਸਾਨਾਂ ਨੂੰ ਬਿਜਲੀ ਦੀ ਆ, ਮਹਿਲਾਵਾਂ ਨੂੰ ਲੋੜ ਆ। ਇਹ ਸਾਰੀਆਂ ਚੀਜ਼ਾਂ ਨੂੰ ਦੇ ਸੋ ਫਿਰ ਉਹੀ ਸਬਸਿਡੀ, ਉਹਨੇ ਤੁਸੀਂ ਕਹਿ ਰਹੇ ਸੀ ਵੀ ਫ੍ਰੀ ਦੇਣਾ ਠੀਕ ਰਹੂਗਾ। ਸੋ ਜਿਵੇਂ ਤੁਸੀਂ ਅੱਜ ਬਜ਼ੁਰਗਾਂ ਨੂੰ 2500 ਰੁਪਏ ਪੈਨਸ਼ਨ ਦੇਣ ਦੀ ਆਪਾਂ ਗੱਲ ਕੀਤੀ ਆ। ਸੋ ਇਹ ਜਿਹੜੀਆਂ ਗੱਲਾਂ ਵਾ, ਇਹ ਉਹਦੇ ਕੰਟੈਕਸਟ 'ਚ ਹੀ ਆਉਂਦੀਆਂ। ਠੀਕ ਆ, ਮੈਂ ਕਹਿਣਾ ਬੜਾ ਸੌਖਾ, ਮੇਰਾ ਤਾਂ ਆਪ ਦਿਲ ਕਰਦਾ, ਮੈਂ ਤਾਂ ਕਹਿੰਦਾ ਵੀ 2500 ਦੀ ਜਗ੍ਹਾ 5000 ਦੇ ਦਿਓ। ਲੇਕਿਨ ਦੇਣਾ ਕਿੱਥੋਂ ਆ? ਸਰਕਾਰ ਦੇ ਕੋਲ ਅਗਰ ਪੈਸਾ ਵੀ ਹੋਣਾ ਚਾਹੀਦਾ ਤਾਂ ਹੀ ਦੇ ਸਕੂਗੀ ਸਰਕਾਰ। ਬਿਲਕੁਲ। ਇਹ ਜਿਹੜੇ ਸਮਾਜ ਸੇਵੀ ਪੰਜਾਬ ਦਰਦੀ ਆ, ਉਹਨਾਂ ਨੇ ਸਲਾਹ ਦਿੱਤੀ ਆ ਕਿ ਸਿਆਸੀ ਪਾਰਟੀਆਂ ਜਿਹੜੀਆਂ ਵੀ ਆ, ਉਹ ਜਿਹੜੇ ਵਾਅਦੇ ਕਰਦੀਆਂ ਉਹ ਐਫੀਡੈਵਿਟ 'ਤੇ ਲਿਖ ਕੇ ਦੇਣ, ਅਤੇ ਇੱਕ ਕਾਨੂੰਨ ਬਣਨਾ ਚਾਹੀਦਾ ਵੀ ਜਿਹੜੇ ਵਾਅਦੇ ਕਰਦੀਆਂ ਅਗਰ ਉਹ ਪੂਰੇ ਨਹੀਂ ਕਰਦੀ ਤਾਂ ਉਹਨਾਂ ਦੀ ਮਾਨਤਾ ਰੱਦ ਹੋਣੀ ਚਾਹੀਦੀ ਹਮੇਸ਼ਾ ਦੇ ਲਈ। ਸਹਿਮਤ ਹੋ ਇਸ ਦੇ ਨਾਲ? ਮੈਂ ਤਾਂ ਇਹ ਕਹੂੰਗਾ ਇਸ ਚੀਜ਼ ਦੇ ਬਾਰੇ ਵੀ ਕੋਈ ਵਾਅਦਾ ਅਗਰ ਐਫੀਡੈਵਿਟ ਦੇ ਉੱਤੇ ਦੇਣ ਨਾਲ ਲੋਕਾਂ ਨੂੰ ਵਿਸ਼ਵਾਸ ਹੁੰਦਾ ਵਾ ਤੇ ਬਿਲਕੁਲ ਕਰਨਾ ਚਾਹੀਦਾ ਵਾ। ਲੇਕਿਨ ਮੈਂ ਫਿਰ ਤੁਹਾਨੂੰ ਉਹ ਗੱਲ ਕਹਿ ਰਿਹਾ, ਅੱਜ ਸਮਾਂ ਜੋ ਤੁਸੀਂ ਇਹ ਗੱਲ ਕਹੀ ਆ ਪਾਰਦਰਸ਼ਤਾ ਦਾ ਵਾ। ਐਫੀਡੈਵਿਟਾਂ ਦੇ ਨਾਲ ਜਾਂ ਇਹ ਚੀਜ਼ਾਂ ਦੇ ਨਾਲ ਲੋਕਾਂ ਨੂੰ ਸੋਚਣਾ ਚਾਹੀਦਾ। ਅਗਰ ਲੋਕਾਂ ਨੂੰ ਲੱਗਦਾ ਵਾ ਵੀ ਕਈ ਵਾਰ ਕੀ ਹੁੰਦਾ, ਹੁਣ ਮੋਦੀ ਸਾਹਿਬ ਆ, ਦਿਨ ਦਿਹਾੜੇ ਝੂਠ ਤੇ ਤੂਫਾਨ ਤੁਰੀ ਜਾਂਦੇ ਆ। ਮੋਦੀ ਸਾਹਿਬ ਬੰਗਾਲ 'ਚ ਕਿੰਨਾ ਝੂਠ ਮਾਰ ਰਹੇ, ਇੱਥੋਂ ਤੱਕ ਕਹਿਤਾ ਵੀ ਮੈਂ ਬੰਗਲਾਦੇਸ਼ ਦੀ ਉਹਦੇ ਵਿੱਚ ਆਜ਼ਾਦੀ ਦੇ ਵਿੱਚ ਵੀ ਹਿੱਸਾ ਲਿੱਤਾ ਸੀ, ਲੋਕ ਫਿਰ ਵੋਟਾਂ ਪਾ ਰਹੇ ਆ। ਉਹ ਮੋਦੀ ਸਾਹਿਬ ਦਾ ਤਾਂ ਸ਼ਰੇਆਮ ਹੀ ਆ। ਹੁਣ ਇਹਦੇ ਵਿੱਚ ਮੇਰਾ ਸਿਰਫ ਇਹ ਕਹਿਣ ਦਾ ਮਤਲਬ ਆ, ਤੁਸੀਂ ਲੀਡਰਾਂ ਨੂੰ ਕਹਿਣ ਤੋਂ ਪਹਿਲਾਂ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਥੋੜ੍ਹਾ ਬਹੁਤ ਵੀ ਅਸੀਂ ਕਿੰਨਾ ਕੁ ਝੂਠ ਦੇ ਵਿੱਚ ਆਪਾਂ। ਅੱਜ ਅਕਾਲੀ ਦਲ, ਇੱਕ ਮਿੰਟ, ਅਕਾਲੀ ਦਲ ਤਾਂ ਸਾਰਿਆਂ ਨੂੰ ਪਤਾ ਪੰਜਾਬ 'ਚ ਕਿੰਨਾ ਹਾਲ ਮਾੜਾ ਸੀਗਾ, ਲੇਕਿਨ ਅੱਜ ਵੀ ਅਕਾਲੀ ਦਲ ਦੀ ਰੈਲੀਆਂ ਦੇ ਵਿੱਚ ਇਕੱਠ। ਅੱਜ ਵੀ ਆਪਣਾ ਕੀ ਕਹਿੰਦੇ, ਅਗਰ ਆਪਾਂ ਇਹ ਗੱਲ ਕਹੀਏ ਵੀ ਅਕਾਲੀ ਦਲ ਨੂੰ 20-25% ਹਾਲੇ ਕਿ ਸਰਕਾਰ ਨਾ ਬਣਨੀ, ਨਾ ਬਣਾਉਣ ਦੇ ਕੋਈ ਅਸਾਰ, ਨਾ ਉਹਨਾਂ ਦਾ ਕੁਝ ਹੋਣਾ, ਲੇਕਿਨ 20-25% ਤਾਂ ਲੋਕਾਂ ਨੇ ਵੋਟ ਪਾਣੀ ਆ। ਸੋ ਇਹ ਲੋਕਾਂ ਨੂੰ ਸੋਚਣਾ ਪੈਣਾ ਵਾ ਵੀ ਅਸੀਂ ਕਿਸ ਪੱਖੋਂ ਕਿੱਧਰ ਨੂੰ ਰਾਜਨੀਤੀ ਲੈ ਕੇ ਜਾਣੀ ਆ। ਮੋਦੀ ਸਾਹਿਬ ਦਿਨ ਦਿਹਾੜੇ ਝੂਠ ਮਾਰਦੇ ਰਹਿੰਦੇ ਆ, ਸਾਰਾ ਟਾਈਮ ਝੂਠ ਦਾ ਪ੍ਰਚਾਰ ਕਰਦੇ ਰਹਿੰਦੇ ਆ, ਮੀਡੀਆ ਦੇ ਵਿੱਚ ਝੂਠ ਬੋਲਦੇ ਰਹਿੰਦੇ ਆ, ਲੇਕਿਨ ਫਿਰ ਵੀ ਲੋਕੀ ਵੋਟ ਪਾਉਂਦੇ। ਲੋਕਾਂ ਨੂੰ ਆਪਣੇ ਆਪ ਨੂੰ ਜਾਗਰੂਕ ਹੋਣਾ ਪੈਣਾ। ਇਸੇ ਕਰਕੇ ਲੋਕਾਂ 'ਚ ਆਵਾਜ਼ ਉੱਠ ਰਹੀ ਹੈ। ਤੁਸੀਂ ਸਹਿਮਤ ਹੋ ਕਿ ਜਿਹੜੀ ਪਾਰਟੀ ਵਾਅਦੇ ਕਰਦੀ ਹੈ ਜੇਕਰ ਨਹੀਂ ਪੂਰੇ ਕਰਦੀ ਤਾਂ ਉਹਦੀ ਮਾਨਤਾ ਰੱਦ ਹੋਣੀ ਚਾਹੀਦੀ, ਕਾਨੂੰਨ ਬਣਨਾ ਚਾਹੀਦਾ ਕਿ ਨਹੀਂ? ਦੇਖੋ, ਇਹ ਕਨਸਟੀਟਿਊਸ਼ਨਲੀ ਪੋਸੀਬਲ ਹੈ ਕਿ ਨਹੀਂ? ਲੋਕੀ ਤਾਂ ਇਹ ਵੀ ਮਤਲਬ ਮੈਂ ਤਾਂ ਕਹਿੰਦਾ ਬਿਲਕੁਲ ਹੋਣਾ ਚਾਹੀਦਾ ਵਾ, ਮੈਨੂੰ ਕੋਈ ਕਹਿ 'ਚ ਹਰਜ ਨਹੀਂ। ਲੇਕਿਨ ਫਿਰ ਉਹੀ ਗੱਲ ਆਊਗੀ, ਕਈ ਪਾਰਟੀਆਂ ਕੇਜਰੀਵਾਲ ਵਾਲੇ 1 ਸਾਲ ਸਰਕਾਰ ਇੱਥੇ ਬਣਾ ਕੇ ਕਰ ਜਾਣਗੇ, ਮਾਨਤਾਵਾਂ ਰੱਦ ਕਰਾ ਜਾਣਗੇ, ਕੋਈ ਹੋਰ ਨਵੀਂ ਪਾਰਟੀ ਦਾ ਨਾਮ ਲੈ ਕੇ ਬਣ ਜਾਣਗੇ।
ਫਿਰ ਕੀ ਕਰ ਲੋਗੇ? ਇਹ ਮਤਲਬ ਬੇਤੁਕੀਆਂ ਜਿਹੀਆਂ ਗੱਲਾਂ ਵਾ ਵੀ ਮਾਨਤਾ ਰੱਦ ਹੋਣੀ ਚਾਹੀਦੀ ਆ। ਮੰਨ ਲਓ ਪਾਰਟੀ ਦੀ ਮਾਨਤਾ ਰੱਦ ਹੋ ਗਈ, ਉਹ ਬੰਦਾ ਦੂਜੇ ਪਾਸੇ ਜਾ ਕੇ ਲੜ ਲੂਗਾ। ਫਿਰ ਇੱਥੇ ਤਾਂ ਪਾਰਟੀਆਂ ਸਰਕਾਰਾਂ ਬਣੀਆਂ ਬਣਾਈਆਂ ਡਿੱਗ ਜਾਂਦੀਆਂ ਤੇ ਉਹਨਾਂ ਦਾ ਚਿਹਰਾ ਤਾਂ ਉਹੀ ਰਹੂਗਾ ਨਾ, ਦੂਜੇ ਪਾਸੇ ਵੀ ਜਾਊਗਾ ਤਾਂ। ਤੇ ਮੈਂ ਉਹ ਕਹਿ ਰਿਹਾ ਵੀ ਉਹ ਚੀਜ਼ਾਂ ਨੂੰ ਤੁਸੀਂ ਚਿਹਰਾ ਉਹ ਰਹੂਗਾ, ਹੋਰ ਕੋਈ ਆ ਜਾਊਗਾ। ਮੰਨ ਲਓ ਚਲੋ ਕੇਜਰੀਵਾਲ ਦੀ ਜਗ੍ਹਾ ਦੂਜਾ ਮੋਦੀ ਸੀਗਾ, ਮੋਦੀ ਜਗ੍ਹਾ ਕੇਜਰੀਵਾਲ ਆ ਗਿਆ, ਕੇਜਰੀਵਾਲ ਜਗ੍ਹਾ ਕੋਈ ਮੋਦੀ ਵੀ ਤਾਂ ਉਹੀ ਏਜੰਡੇ ਆ ਤੇ ਕੇਜਰੀਵਾਲ ਚੱਲ ਰਿਹਾ। ਲੋਕਾਂ ਨੂੰ ਆਪਣੀ ਸੋਚ ਬਦਲਣੀ ਪੈਣੀ ਆ। ਤੁਸੀਂ ਲੀਡਰਾਂ ਦੇ ਬਾਰੇ ਮੈਂ ਤਾਂ ਇਸ ਗੱਲ ਤੇ ਫਰਮ ਬਲੀਵ ਆ, ਜਿੱਦਣ ਲੋਕ ਅੱਜ ਕਿਸਾਨੀ ਅੰਦੋਲਨ ਦੇ ਵਿੱਚ ਲੋਕ ਬਦਲ ਗਏ, ਲੀਡਰਾਂ ਨੂੰ ਸੋਚਣ ਤੇ ਮਜਬੂਰ ਹੋ ਜਾਣਗੇ। ਲੋਕ ਜਿੱਦਣ ਬਦਲਣਗੇ ਨਾ ਉਦਣ ਆਪਣੇ ਆਪ ਸਾਰਾ ਉਦਣ ਐਫੀਡੇਵਿਟ ਕੰਮ ਨਹੀਂ ਆਣੇ। ਲੋਕਾਂ ਦੇ ਹੱਥ ਤਾਕਤ ਆ। ਲੋਕਾਂ ਨੂੰ ਤੁਸੀਂ ਆਹੀ ਗੱਲ ਕਰਦੇ ਜੀ, ਤੁਸੀਂ ਹੁਣ ਤੁਸੀਂ ਰਵਾਇਤੀ ਪਾਰਟੀਆਂ ਦੀ ਗੱਲ ਕਰਦੇ ਜੇ ਬਾਰ-ਬਾਰ। ਰਵਾਇਤੀ ਪਾਰਟੀਆਂ ਨਹੀਂ ਮਾੜੀਆਂ, ਲੋਕ ਕੋਈ ਧੱਕੇ ਨਾਲ ਸਰਕਾਰਾਂ ਨਹੀਂ ਚੁਣਦੇ ਵੀ ਕਿਸੇ ਨੂੰ ਧੱਕੇ ਨਾਲ EVM ਦਾ ਘੁਟਾਲਾ ਨਾ ਹੋਵੇ ਤੇ ਸ਼ਾਇਦ ਇਹ ਵੀ ਨਾ ਹੋਵੇ। ਅਸੀਂ ਤਾਂ ਮੰਨਦੇ ਹਾਂ ਵੀ EVM ਦੇ ਵਿੱਚ ਗੜਬੜ ਹੋਈ ਆ, ਲੇਕਿਨ ਮੈਂ ਫਿਰ ਕਹਿੰਦਾ ਲੋਕਾਂ ਨੂੰ ਸੋਚਣਾ ਪੈਣਾ ਵਾ। ਜਦ ਤੱਕ ਲੋਕਾਂ ਦੀ ਸੋਚ ਨਹੀਂ ਬਦਲੂਗੀ ਨਾ ਉਦ ਤੱਕ ਅੱਜ ਹੁਣ ਆ ਨਵੀਆਂ ਪਾਰਟੀਆਂ ਵਾਲੇ ਉੱਠਦੇ ਆ, ਕਈ ਲੋਕ ਨਵੇਂ ਉੱਠਦੇ ਆ, ਉਹ ਵੀ ਸਾਡੇ ਸਮਾਜ 'ਚੋਂ ਹੀ ਉੱਠੇ ਆ। ਜਦੋਂ ਸਿਸਟਮ ਚਾਹੁੰਦੇ ਆ ਉਹੋ ਜਿਹੇ ਬਣ ਜਾਂਦੇ। ਆਹੀ ਆਮ ਆਦਮੀ ਪਾਰਟੀ ਵਾਲੇ ਸੀਗੇ ਜਿਹੜੇ ਕਹਿੰਦੇ ਸੀ ਅਸੀਂ ਲਾਲ ਬੱਤੀਆਂ ਨਹੀਂ ਲਵਾਂਗੇ, ਸਰਕਾਰੀ ਫੈਸਿਲਿਟੀਆਂ ਨਹੀਂ ਲਵਾਂਗੇ, ਅਸੀਂ ਕੀ ਕਹਿੰਦੇ ਨਵੀਂ ਪਾਰਦਰਸ਼ਕਤਾ ਲਿਆਵਾਂਗੇ। ਇੱਥੋਂ ਵਾਲੇ MLA ਤੋਂ ਲੈ ਕੇ ਰੋਪੜ ਵਾਲੇ ਤੋਂ ਲੈ ਕੇ ਉਹ ਇਹਨਾਂ ਦੇ ਕਮਾਲੂ ਹੋਣਾ ਤੱਕ ਲੈ ਕੇ ਤੁਸੀਂ ਹਾਲਾਤ ਵੇਖ ਲਓ ਕੀ ਕੀਤੇ ਪਏ ਇਹਨਾਂ ਨੇ। EVM ਦੀ ਗੱਲ ਕੀਤੀ ਹੈ ਤੁਸੀਂ, ਆਮ ਆਦਮੀ ਪਾਰਟੀ ਵੱਲੋਂ ਮੁੱਦਾ ਚੁੱਕਿਆ ਗਿਆ। ਉਹਨਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਮਤਾ ਪਾਸ ਕੀਤਾ ਜਾਵੇ ਕਿ ਵਿਧਾਨ ਸਭਾ ਚੋਣਾਂ EVM ਦੇ ਨਾਲ ਨਾ ਕਰਵਾਈਆਂ ਜਾਣ। ਸਹਿਮਤ ਹੋ ਤੁਸੀਂ ਇਸ ਨੂੰ ਲੈ ਕੇ? ਬਿਲਕੁਲ, ਅਸੀਂ ਤਾਂ ਕਹਿੰਦੇ ਬੈਲਟ ਪੇਪਰ ਤੇ ਹੋਣੀਆਂ ਚਾਹੀਦੀਆਂ। ਲੋਕਾਂ ਦੇ ਸਾਡੇ ਮਨ 'ਚ ਵੀ ਸ਼ੰਕਾਵਾਂ ਵਾ। ਸਾਨੂੰ ਵੀ ਲੱਗਦਾ ਵੀ ਉਹ ਬਿਹਾਰ ਦੇ ਵਿੱਚ ਤੁਸੀਂ ਵੇਖ ਲਓ ਕਿੱਡਾ ਤਕੜਾ, ਹੁਣ ਉਹ ਅਸਾਮ ਵਿੱਚ ਵੇਖ ਲਓ EVM ਗੱਡੀਆਂ 'ਚ ਹੀ ਬਿਠਾ ਕੇ ਲੈ ਗਏ ਸੀਗੇ। ਸੋ ਕਹਿਣ ਦਾ ਇਹ ਮਤਲਬ ਆ ਇਹ ਤਾਂ ਐਵੇਂ ਗੱਲਾਂ ਬਾਤਾਂ ਦੇ ਵਿੱਚ ਜਿੰਨਾ ਮਰਜ਼ੀ ਕਰੀ ਚੱਲੀ ਆਪਾਂ, ਜਿੰਨਾ ਮਰਜ਼ੀ ਲੰਮਾ ਖਿੱਚ ਜੇ। ਇੰਨਾ ਲੰਮਾ ਸ਼ਾਇਦ ਲੋਕ ਵੀ ਨਹੀਂ ਪਸੰਦ ਕਰਦੇ। ਅੱਜ ਕੱਲ੍ਹ ਲੋਕ ਵੀ ਸ਼ਾਰਟ ਹੀ ਪਸੰਦ ਕਰਦੇ ਆ। ਸੋ ਇਹ ਗੱਲਾਂ ਤਾਂ ਲੰਮੀਆਂ ਚੱਲਦੀਆਂ ਰਹਿਣਗੀਆਂ। ਸੱਚੀਆਂ ਗੱਲਾਂ ਲੋਕ ਜਿੰਨੀਆਂ ਸਮਾਂ ਪੂਰਾ ਕੱਢਦੇ ਸੱਚੀਆਂ ਗੱਲਾਂ ਤੇ ਤਿੱਖੀਆਂ ਦੇ ਵਾਸਤੇ। ਤੇ ਗੱਲ ਇਹ ਹੈ ਕਿ ਕਰੋਨਾ ਨੂੰ ਲੈ ਕੇ ਲਾਸਟ ਸਵਾਲ ਕਰਾਂਗਾ। ਕਰੋਨਾ ਨੂੰ ਲੈ ਕੇ ਸਵਾਲ ਜਿਹੜੀ ਹੈਗੀ ਕਈ ਉੱਠ ਰਹੇ ਸਰਕਾਰ ਦੇ ਉੱਤੇ। ਸ਼ਰਾਬ ਦੇ ਠੇਕੇ ਖੁੱਲ੍ਹੇ, ਮਾਲ ਖੁੱਲ੍ਹੇ, ਫੈਕਟਰੀਆਂ ਖੁੱਲ੍ਹੀਆਂ, ਜਿਮ ਖੁੱਲ੍ਹੇ ਆ, ਪਰੰਤੂ ਸਕੂਲ ਬੰਦ ਆ। ਭਾਈ ਮੈਂ ਫਿਰ ਉਹੀ ਕਹਿੰਦਾ ਤੁਸੀਂ ਨਾ ਬੜਾ ਸੌਖਾ ਇਹ ਗੱਲਾਂ ਕਰਨੀਆਂ, ਕਿਉਂਕਿ ਨਾ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ। 40 50 100 ਜਣਾ ਉੱਠ ਕੇ ਜਿਹੜਾ ਨੈਰੇਟਿਵ ਬਣਾ ਦਿੰਦਾ, ਆਪਾਂ ਉਹਦੇ ਬਾਰੇ ਬਸ ਉਹ ਫਿਰ ਭੇਡਾਂ ਵਾਂਗੂ ਮਗਰ ਹੀ ਲੱਗ ਜਾਈਦਾ। ਸਕੂਲਾਂ ਦੇ ਵਿੱਚ ਬੱਚੇ ਆ ਛੋਟੇ ਛੋਟੇ, ਸ਼ਰਾਬ ਲੈਣ ਬੱਚੇ ਨੇ ਨਹੀਂ ਜਾਣਾ। ਠੀਕ ਆ ਤੁਹਾਡੀ ਗੱਲ, ਮੈਂ ਇਸ ਗੱਲ ਨਾਲ ਸਹਿਮਤ ਹਾਂ। ਵੈਸਟ ਬੰਗਾਲ 'ਚ ਇਲੈਕਸ਼ਨ ਹੋ ਰਹੀ ਆ, ਤਮਿਲਨਾਡੂ ਕੇਰਲਾ ਦੇ ਵਿੱਚ ਇਲੈਕਸ਼ਨ ਹੋ ਰਹੀ, ਉੱਥੇ ਕਰੋਨਾ ਨਹੀਂ ਹੈਗਾ ਗੀ। ਸਿਆਸੀ ਰੈਲੀਆਂ ਪੰਜਾਬ ਦੇ ਵਿੱਚ ਵੀ ਹੋ ਰਹੀਆਂ, ਪੰਜਾਬ 'ਚ ਵੀ ਰੈਲੀਆਂ ਹੋ ਰਹੀਆਂ। ਲੇਕਿਨ ਸਰਕਾਰ ਨੇ ਕਿਤੇ ਨਾ ਕਿਤੇ ਲੋਕਾਂ ਨੂੰ ਗਰਾਹ ਤਾਂ ਕਰਾਉਣਾ। ਉਹਨੇ ਇੱਕਦਮ ਰੇਟ ਵੱਧ ਰਿਹਾ, ਆਪਾਂ ਸਰਕਾਰ ਵੀ ਇੱਕਦਮ ਬੇਪਰਵਾਹ ਹੋ ਜੂਗੀ ਤੇ ਕਰੋਨਾ ਹੋਰ ਵਧੀ ਜਾਊਗਾ। ਸਾਡੀ ਤਾਂ ਇਹ ਕੋਸ਼ਿਸ਼ ਹੈ ਇੱਕ ਬੱਚੇ ਦੀ ਵੀ ਜਾਨ ਬਾਜੇ, ਬਹੁਤ ਆ। ਠੀਕ ਆ, ਮੁਸ਼ਕਲਾਂ ਹੈਗੀਆਂ, ਦਿੱਕਤ ਹੈਗੀ, ਲੇਕਿਨ ਇਹ ਸਾਰੀ ਦੁਨੀਆ 'ਚ ਆ। ਮੇਰਾ ਸਿਰਫ ਇਹ ਕਹਿਣ ਦਾ ਮਤਲਬ ਐਵੇਂ ਆਪਾਂ ਨੈਗੇਟਿਵ ਕ੍ਰਿਟਿਸਿਜ਼ਮ ਹਰ ਟਾਈਮ ਨੈਗੇਟਿਵਿਟੀ ਫੈਲਾ ਕੇ ਵੀ ਉਹ ਬੰਦ ਆ ਉਹ ਬੰਦ ਆ। ਮੈਂ ਤਾਂ ਕਹਿੰਦਾ ਸ਼ਰਾਬ ਦੇ ਠੇਕੇ ਵੀ ਬੰਦ ਕਰ ਦਿਓ, ਲੇਕਿਨ ਫਿਰ ਉਹੀ ਗੱਲ ਆਊਗੀ, ਫਿਰ ਰੈਵਨਿਊ ਤੇ ਗੱਲ ਆਊਗੀ। ਮੇਰੇ ਕਹਿਣ ਨਾਲ ਜਾਂ ਤੁਹਾਡੇ ਕਹਿਣ ਨਾਲ ਨਹੀਂ ਹੁੰਦਾ। ਸਰਕਾਰ ਨੇ ਫੈਸਲੇ ਕਰਨੇ ਆ ਕਈ ਪੱਖਾਂ ਨੂੰ ਵੇਖ ਕੇ। ਜਦੋਂ ਕੋਈ ਇੱਕ ਪੱਖ ਨੂੰ ਲੈ ਕੇ ਫੈਸਲਾ ਕਰਦੀ ਹੈ ਨਾ ਸਰਕਾਰ, ਕਿਸੇ ਨਾ ਕਿਸੇ ਪੱਖ ਨੇ ਨਾਰਾਜ਼ ਹੋਣਾ ਹੁੰਦਾ ਵਾ। ਔਰ ਸਰਕਾਰ ਦਾ ਇਹੀ ਕੰਮ ਆ, ਇਹ ਵੇਖਣਾ ਵੀ ਵੋਟ ਬੈਂਕ ਪੋਲਿਟਿਕਸ ਨਾ ਵੇਖੇ, ਲੇਕਿਨ ਇਹ ਵੇਖੇ ਵੀ ਅਗਰ ਕੋਈ ਜਿਹੜਾ ਕਮਜ਼ੋਰ ਵਰਗ ਆ ਉਹ ਨਾਰਾਜ਼ ਨਾ ਹੋਵੇ। ਉਹਦੇ ਤੇ ਤਗੜਿਆਂ ਦੇ ਵਾਸਤੇ ਸਰਕਾਰਾਂ ਨਹੀਂ ਹੋਣੀਆਂ ਚਾਹੀਦੀਆਂ, ਕਮਜ਼ੋਰਾਂ ਵਾਸਤੇ ਸਰਕਾਰ ਹੋਣੀ। ਰੈਵਨਿਊ ਜ਼ਰੂਰੀ ਹੈ ਤਾਂ ਬੱਚਿਆਂ ਦੀ ਪੜ੍ਹਾਈ ਕਿੰਨੀ ਸਮਝਦੇ ਤੁਸੀਂ ਜ਼ਰੂਰੀ ਹੈ? ਦੇਖੋ ਅੱਜ ਕੱਲ੍ਹ ਆਨਲਾਈਨ ਕਲਾਸਾਂ ਲੱਗ ਰਹੀਆਂ। ਆਨਲਾਈਨ ਕਲਾਸਾਂ ਦੀ ਗੱਲ ਕਰਦੇ ਆ, ਸਕੂਲ ਮੁਖੀ ਜਿਹੜੇ ਪ੍ਰਬੰਧਕ ਆ ਉਹ ਕਹਿੰਦੇ 1% ਵੀ ਫਾਇਦਾ ਨਹੀਂ ਹੋ ਰਿਹਾ। ਇਹ ਬਿਲਕੁਲ ਬੇਕਾਰ ਆ, ਸਾਨੂੰ ਮਜਬੂਰੀ 'ਚ ਕਰਨਾ ਪੈ ਰਿਹਾ। ਫਿਰ ਸਰਕਾਰ ਨੂੰ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਆ। ਅਗਰ ਮੁਖੀ ਇਹ ਗੱਲ ਕਹਿ ਰਹੇ, ਐਜੂਕੇਸ਼ਨ ਐਕਸਪਰਟ ਇਹ ਗੱਲ ਕਹਿ ਰਹੇ ਆ, ਤੇ ਫਿਰ ਸਰਕਾਰ ਨੂੰ ਅਸੀਂ ਵੀ ਅਪੀਲ ਕਰਾਂਗੇ ਵੀ ਉਹਨਾਂ ਦੀ ਫੈਸਲੇ ਲੈ ਕੇ ਗੱਲ ਕਰਨੀ ਚਾਹੀਦੀ ਔਰ ਉਹਨਾਂ ਦੇ ਪੱਖੀ ਫੈਸਲਾ ਕਰਨਾ ਚਾਹੀਦਾ। ਕਿਉਂਕਿ ਅਗਰ ਲੋਕ ਖੁਸ਼ ਨਹੀਂ ਆ ਤੇ ਲੋਕਾਂ ਨੂੰ ਅਗਰ ਜਿਸ ਤਰੀਕੇ ਦੀ ਲੋੜ ਮਹਿਸੂਸ ਹੋ ਰਹੀ ਹੈ ਉਸ ਤਰੀਕੇ ਦਾ ਫੈਸਲਾ ਕਰਨਾ। ਪੰਜਾਬ ਸਰਕਾਰ ਕਰੋਨਾ ਦੇ ਚੱਲਦੇ ਸਿਆਸੀ ਪਾਰਟੀਆਂ ਦੇ ਜਿਹੜੇ ਸਿਆਸੀ ਰੈਲੀਆਂ ਹੋ ਰਹੀਆਂ ਉਹਦੇ ਤੇ ਰੋਕ ਕਿਉਂ ਨਹੀਂ ਲਗਾਈ ਜਾ ਰਹੀ? ਉਹਦੇ ਤੇ ਲਗਾਈ ਜਾ ਸਕਦੀ ਹੈ। ਦੇਖੋ ਉਹਨੇ ਹੋਲਾ ਮਹੱਲਾ ਹੋਇਆ ਸੀ, ਤੁਸੀਂ ਦੱਸੋ ਉੱਤੇ ਰੋਕ ਲੱਗ ਸਕਦੀ ਸੀ? ਸਿਆਸੀ ਰੈਲੀਆਂ ਦੀ ਗੱਲ ਕਰ ਰਿਹਾ ਮੈਂ। ਕਹਿ ਰਿਹਾ ਉੱਥੇ ਵੀ ਤਾਂ ਗੱਲ ਲੋਕ ਧਾਰਮਿਕ ਭਾਵਨਾਵਾਂ ਇੱਕ ਆ ਗਈਆਂ। ਚਲੋ ਲੋਕਾਂ ਦੇ ਅੱਗੇ ਸਰਕਾਰ ਜਿਹੜੀ ਧਾਰਮਿਕ ਭਾਵਨਾ ਲੋਕਾਂ ਦੀ ਆ ਗਈਆਂ, ਸਿਆਸੀ ਪਾਰਟੀਆਂ ਦੇ ਉੱਤੇ ਰੋਕ ਲਗਾਈ ਜਾ ਸਕਦੀ ਹੈ ਕਿ ਨਹੀਂ? ਉੱਥੇ ਵੀ ਲੋਕ ਆ, ਉੱਥੇ ਵੀ ਲੋਕ ਆ, ਹਰ ਪੱਖੋਂ ਲੋਕ ਆ। ਇਲੈਕਸ਼ਨ ਨੇੜੇ ਆ। ਅਰਵਿੰਦ ਕੇਜਰੀਵਾਲ ਨੂੰ ਰੋਕ ਲਾ ਦਿੰਦੇ ਤੇ ਅਰਵਿੰਦ ਕੇਜਰੀਵਾਲ ਨੇ ਹਊ ਹੱਲਾ ਬਣਾ ਕੇ ਕਿੰਨਾ ਡਰਾਮਾ ਕਰਕੇ ਪਖੰਡ ਕਰਕੇ ਆਏ ਲੁੱਟ ਕੇ ਬਰਬਾਦ ਹੋ ਗਏ, ਕੀ ਕੁਛ ਕਰੀ ਜਾਣਾ ਸੀ ਇਹਨੇ। ਸੋ ਇਹ ਮੇਰਾ ਕਹਿਣ ਦਾ ਮਤਲਬ ਹੈ ਇਹ ਮੋਰਲ ਰਿਸਪੌਂਸਿਬਿਲਟੀ ਹਰ ਪੋਲੀਟੀਕਲ ਲੀਡਰ ਦੀ ਬਣਦੀ ਆ, ਹਰ ਸਿਆਸੀ ਪਾਰਟੀ ਦੀ ਬਣਦੀ ਆ। ਸਰਕਾਰ ਦੀ ਰੋਕਣਾ ਕੀ ਹੁੰਦਾ? ਕਰੋਨਾ ਕੋਈ ਸਰਕਾਰ ਦੇ ਨਾਲ ਤਾਂ ਨਹੀਂ ਹੋਣਾ, ਇਹ ਤਾਂ ਲੋਕਾਂ ਨੂੰ ਸੋਚਣਾ ਪੈਣਾ, ਪੋਲੀਟੀਕਲ ਲੀਡਰਸ ਨੂੰ ਸੋਚਣਾ ਪੈਣਾ ਵੀ ਅਗਰ ਸਾਡੇ ਕਰੋਨਾ ਫੈਲਦਾ ਵਾ ਤਾਂ ਅਸੀਂ ਰੋਕ ਲਾ ਲਈਏ। ਕੱਲ੍ਹ ਨੂੰ ਸਰਕਾਰ ਰੋਕ ਲਾ ਦੂਗੀ, ਤੁਸੀਂ ਉਹਦਾ ਹਊ-ਹੱਲਾ ਬਣਾ ਕੇ ਬਲੈਕਮੇਲ ਕਰਕੇ ਸਰਕਾਰ ਦੇ ਅੱਗੇ ਦੇਖੋ ਜੀ ਸਰਕਾਰ ਸਾਡੇ ਤੋਂ ਡਰ ਗਈ, ਅਸੀਂ ਅਰਵਿੰਦ ਕੇਜਰੀਵਾਲ ਸਰਕਾਰ ਸਾਡੇ ਤੋਂ ਡਰ ਗਈ, ਅਸੀਂ ਆ ਜਾ ਰੈਲੀ ਕਰ ਲੈ, ਤੇਰੀ ਜ਼ਿੰਮੇਵਾਰੀ ਬਣਦੀ ਹੈ। ਟੈਸਟ ਕਰਾ ਸਕਦੇ ਸੀ, ਉੱਥੇ ਸਾਰੇ ਨੋਰਮਸ ਕਰਤੇ,
ਹੁਣ ਨਹੀਂ ਉਡਾਏ, ਇਹੀ ਅਗਰ ਪਰਚਾ ਹੋ ਜਾਊਗਾ ਉਹਦਾ ਹਊ ਹੱਲਾ ਮਚਾ ਦੇਣਗੇ। ਸੋ ਕਹਿਣ ਦਾ ਇਹ ਭਾਵ ਆ, ਠੀਕ ਆ, ਸਰਕਾਰ ਨੇ ਆਪਣਾ ਕੰਮ ਕਰਨਾ, ਪੋਲੀਟੀਕਲ ਪਾਰਟੀ ਨੇ ਆਪਣਾ ਕਰਨਾ, ਲੇਕਿਨ ਹਰੇਕ ਨੇ ਆਪਣੀ ਰਿਸਪੌਂਸਿਬਿਲਟੀ ਸਮਝਣੀ ਚਾਹੀਦੀ। ਲਾਸਟ, ਪੰਜਾਬ ਸਰਕਾਰ ਨੇ ਕਿੰਨੇ % ਜਿਹੜੇ ਹੈਗੇ ਆਪਣੇ ਵਾਅਦੇ ਪੂਰੇ ਕਰ ਦਿੱਤੇ ਤੇ ਕਿੰਨੇ % ਰਹਿੰਦੇ ਆ? ਤੁਸੀਂ ਮੈਨੀਫੈਸਟੋ ਲੈ ਕੇ ਤੁਸੀਂ ਔਰ ਮੈਂ ਇਕੱਠੇ ਚੱਲਦੇ ਹਾਂ ਰੋਪੜ ਵਿੱਚ, ਔਰ ਆਪਾਂ ਵੇਖ ਲੈਂਦੇ ਹਾਂ ਜਿਹੜਾ ਸਰਕਾਰ ਦਾ ਵਾਅਦਾ ਵਾ ਕਿਹੜਾ ਇੰਪਲੀਮੈਂਟ ਹੋਇਆ ਕਿਹੜਾ ਨਹੀਂ ਹੋਇਆ, ਉਹਦੇ ਹਿਸਾਬ ਨਾਲ ਆਪਾਂ ਰਿਪੋਰਟ ਕਾਰਡ ਦੇ ਦੂੰਗਾ। ਮੈਂ ਇੱਕ ਫਿਗਰ ਕਹੂੰਗਾ, ਤੁਸੀਂ ਕਹੋਗੇ ਇੰਨੀ ਫਿਗਰ ਨਹੀਂ ਆ, ਰਿਪੋਰਟ ਕਾਰਡ ਲੈਂਦੇ ਆ ਸਾਰੇ, ਆਪਾਂ ਇਕੱਠੇ ਹੁੰਦੇ ਆ, ਜਿਹੜੇ ਵਾਅਦੇ ਸੀਗੇ ਕਰਜ਼ੇ ਮਾਫੀ ਤੋਂ ਲੈ ਕੇ ਫੋਨਾਂ ਤੋਂ ਲੈ ਕੇ ਕੱਲਾ ਕੱਲਾ ਵਾਅਦਾ ਆਪਾਂ ਗਿਣ ਕੇ ਦੇਖ ਲੈਂਦੇ ਆ, ਔਰ ਉਸ ਹਿਸਾਬ ਨਾਲ ਫੈਸਲਾ ਕਰ ਲਾਂਗੇ। ਕੈਪਟਨ ਸਾਹਿਬ ਜਿਵੇਂ ਦੱਸ ਰਹੇ ਉਸ ਹਿਸਾਬ ਨਾਲ ਪੁੱਛ ਰਿਹਾ ਮੈਂ ਕਿੰਨੇ ਮੈਂ ਉਹੀ ਕਹਿ ਰਿਹਾ, ਤੁਸੀਂ ਮੈਂ ਚੱਲ ਕੇ ਵੇਖ ਲੈਂਦੇ ਆ। ਮੈਂ ਤੁਹਾਨੂੰ, ਤੁਸੀਂ ਅਕਸਰ ਮੀਡੀਆ ਵਾਲੇ ਚੈਲੰਜ ਦਿੰਦੇ ਹੁੰਦੇ ਆ, ਮੈਂ ਤੁਹਾਡੇ ਨਾਲ ਬਹਿ ਕੇ ਚੱਲਦਾ, ਜੇ ਨਹੀਂ ਪੂਰਾ ਹੋਊਗਾ ਅਫਸਰਾਂ ਨੂੰ ਖਿੱਚਾਂਗੇ। ਕੈਪਟਨ ਸਾਹਿਬ ਕੋਲ ਤਾਂ ਰਿਪੋਰਟ ਆ 85% ਵਾਅਦੇ ਪੂਰੇ ਹੋ ਗਏ। ਸੋ ਆਓ ਆਪਾਂ ਰਲ ਮਿਲ ਕੇ ਚੱਲਦੇ ਆ, ਲੋਕਾਂ ਦੇ ਕਚਹਿਰੀ 'ਚ ਜਿਵੇਂ ਜਾਂਦੇ ਆ, ਅਗਰ ਕਿਤੇ ਵਾਅਦਾ ਨਹੀਂ ਪੂਰਾ ਹੋਇਆ ਹੋਊਗਾ ਉਹਨੂੰ ਪੂਰਾ ਕਰਾਵਾਂਗੇ। ਮਕਸਦ ਸਾਡਾ ਇਹ ਆ ਵੀ ਲੋਕਾਂ ਦੀ ਕਚਹਿਰੀ 'ਚ ਵਾਅਦਾ ਪੂਰਾ ਹੋਣਾ ਚਾਹੀਦਾ। ਸੋ ਇਸ ਕਰਕੇ ਉਹਨੂੰ, ਜੇ ਵਾਅਦਾ ਕੀਤਾ ਤਾਂ ਪੂਰਾ ਹੋਣਾ ਚਾਹੀਦਾ, ਵਾਕਈ ਗੱਲ ਆ। ਜੇ ਹੁਣ ਫੋਨਾਂ ਦੀ ਗੱਲ ਕੀਤੀ ਆ, 100 ਵਿੱਚੋਂ 10 ਬੰਦਿਆਂ ਨੂੰ ਫੋਨ ਦਿੱਤੇ, 90 ਨੂੰ ਨਹੀਂ ਦਿੱਤੇ, ਉਹ ਪੂਰਾ ਹੋ ਗਿਆ। 10 ਨੂੰ ਤਾਂ ਮਿਲ ਗਏ, ਉਹਨਾਂ ਦਾ ਤਾਂ ਧੰਨਵਾਦ ਕਰ ਦਈਏ। ਉਹ ਬੱਚੇ ਤਾਂ ਖੁਸ਼ ਆ ਨਾ 10, ਜਿੱਦਣ ਹਾਲਾਤ ਹੋਣਗੇ 90 ਨੂੰ ਵੀ ਦੇ ਦਾਂਗੇ। ਉਹ ਤਾਂ ਡਾਟੇ ਨੂੰ ਵੀ ਕਹਿੰਦੇ, ਡਾਟੇ ਦੀ ਗੱਲ ਕਹੀ ਸੀ, ਕਹਿੰਦੇ ਡਾਟਾ ਵੀ ਨਹੀਂ ਦਿੱਤਾ ਫ੍ਰੀ, ਜਿਹੜਾ ਕਿਹੜਾ ਡਾਟਾ? ਮੋਬਾਈਲ ਦੇ ਨਾਲ ਡਾਟਾ ਦੇਣ ਦੀ ਫ੍ਰੀ ਗੱਲ ਕੀਤੀ ਸੀ ਕਾਲਜ। ਦੇਖੋ ਮੈਂ ਤਾਂ ਕਹਿੰਦਾ ਇਹ ਲੋਕਾਂ ਦਾ ਵਸ ਚੱਲੇ ਤੇ ਆਪਣਾ ਕੀ ਕਹਿੰਦੇ ਸਾਡਾ ਵਸ ਚੱਲੇ, ਅਸੀਂ ਸਾਰਾ ਕੁਝ ਫ੍ਰੀ ਦੇ ਦਈਏ, ਲੇਕਿਨ ਦੇਣਾ ਕਿੱਥੋਂ ਆ? ਦੇਣਾ ਤੁਹਾਡੇ ਮੇਰੀ ਜੇਬ 'ਚੋਂ ਹੀ ਆ, ਕਿਸੇ ਦੀ ਜੇਬ 'ਚੋਂ ਜਾਊਗਾ ਤਾਂ ਹੀ ਆਊਗਾ ਪੈਸਾ। ਆਪ ਥੋੜ੍ਹਾ ਛਾਪ ਦੇਣਾ ਵੀ ਪ੍ਰਿੰਟਿੰਗ ਮਸ਼ੀਨ ਲਾਈ ਹੋਈ ਆ, ਛਾਪ ਦੋ ਤੇ ਨੱਪ ਦੋ ਕਿੱਲੀ। ਸਰਕਾਰ ਨੂੰ ਤਾਂ ਪੈਸਾ ਦੇਣਾ ਹੀ ਪੈ ਰਿਹਾ ਨਾ ਕਿਤੇ ਨਾ ਕਿਤੇ। ਸੋ ਬਿਲਕੁਲ ਇਹ ਸਨ ਵਰਿੰਦਰ ਸਿੰਘ ਢਿੱਲੋਂ, ਯੂਥ ਕਾਂਗਰਸ ਦੇ ਪੰਜਾਬ ਪ੍ਰਧਾਨ। ਇਹਨਾਂ ਨੇ ਗੱਲਾਂ ਜਿਹੜੀਆਂ ਹੈਗੀਆਂ ਸਰਕਾਰ ਦੀ ਕਾਰਜ ਪ੍ਰਣਾਲੀ ਨੂੰ ਲੈ ਕੇ ਗੱਲਬਾਤ ਕੀਤੀ ਹੈ ਤੇ ਲੋਕਾਂ ਦੀ ਜਿਹੜੀ ਹੈਗੀ ਸਵਾਲ ਉਹਨਾਂ ਦੇ ਅਸੀਂ ਜਵਾਬ ਵੀ ਇਹਨਾਂ ਤੋਂ ਲਏ ਆ ਕਿ ਲੋਕ ਕਹਿੰਦੇ ਆ ਕਿ ਅਜਿਹੀ ਪਾਰਟੀ ਜਿਹੜੀ ਵਾਅਦੇ ਕਰਦੀ ਆ ਉਹ ਉਹਨਾਂ ਤੋਂ ਐਫੀਡੈਵਿਟ ਲਿਆ ਜਾਣਾ ਚਾਹੀਦਾ, ਉਹ ਜਿਹੜੀ ਹੈਗੀ ਇੱਕ ਜਵਾਬਦੇਹ ਹੋਣੀ ਚਾਹੀਦੀ ਆ, ਤਾਂ ਕਿ ਅਗਰ ਜੇ ਵਾਅਦੇ ਨਹੀਂ ਪੂਰੀ ਕਰਦੀ ਤਾਂ ਉਹਦੀ ਜਿਹੜੀ ਹੈਗੀ ਮਾਨਤਾ ਰੱਦ ਹੋਣੀ ਚਾਹੀਦੀ ਆ, ਦੁਆਰਾ ਉਹਨੂੰ ਚੋਣਾਂ ਦੇ ਵਿੱਚ ਲੜਨ ਦੇ ਉੱਤੇ ਰੋਕ ਲੱਗਣੀ ਚਾਹੀਦੀ ਆ। ਤੇ ਇਹਨਾਂ ਨੇ ਵੀ ਕਿਤੇ ਨਾ ਕਿਤੇ ਥੋੜ੍ਹੀ ਸਹਿਮਤੀ ਵੀ ਜਤਾਈ ਆ, ਥੋੜ੍ਹਾ ਜਿਹੜਾ ਹੈਗਾ ਉਸ ਦੇ ਉੱਤੇ ਆਪਣੇ ਜਵਾਬ ਵੀ ਦਿੱਤਾ। ਤੇ ਹੁਣ ਦੇਖਣਾ ਹੋਵੇਗਾ ਕਿ 2022 ਦੀਆਂ ਚੋਣਾਂ ਨੂੰ ਲੈ ਕੇ ਜਿਵੇਂ ਆਮ ਆਦਮੀ ਪਾਰਟੀ ਵੱਲੋਂ ਹੁਣ ਮੁੱਦਾ ਚੁੱਕਿਆ ਗਿਆ ਕਿ EVM ਨੂੰ ਲੈ ਕੇ, ਤੇ ਇਹਨਾਂ ਨੇ ਵੀ ਸਹਿਮਤੀ ਦਿੱਤੀ ਆ। ਦੇਖਣਾ ਹੋਵੇਗਾ ਹੁਣ ਕਾਂਗਰਸ ਸਰਕਾਰ ਇਸ ਦੇ ਉੱਤੇ ਮਤਾ ਲਿਆ ਕੇ ਜਿਹੜਾ ਹੈਗਾ ਪਾਸ ਕਰਦੀ ਹੈ ਕਿ EVM ਦੇ ਨਾਲ 2022 ਦੇ ਵਿੱਚ ਚੋਣਾਂ ਨਹੀਂ ਹੋਣਗੀਆਂ। ਜਗਦੀਪ ਸਿੰਘ ਥਲੀ ਦੇ ਨਾਲ ਸੱਜਣ ਸਿੰਘ ਸੈਣੀ, ਪੰਜਾਬੀ ਲੋਕ ਚੈਨਲ, ਰੂਪਨਗਰ।